KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:25 ਹੋਇਆ। ਸੋਮਵਾਰ ਦਾ ਦਿਨ ਹੈ, 8 ਮਾਰਚ ਵਰਾ 2021 ਦਾ 25 ਫੱਗਣ ਨਾਨਕ ਸ਼ੇ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸੱਥ ਦੇ ਵਿੱਚ ਪਹਿਲੇ ਹਿੱਸੇ ਸੁਣਾਉਂਦੇ ਖਬਰਾਂ 2-4 ਤੇ ਦੂਜੇ ਹਿੱਸੇ 'ਚ ਅੱਜ ਸਵੇਰ ਦਾ ਤੁਸੀਂ ਸੁਣਿਆ ਹੋਣਾ ਰੌਲਾ ਅੰਤਰਰਾਸ਼ਟਰੀ ਮਹਿਲਾ ਦਿਵਸ ਹੈ ਜੀ, ਅੰਤਰਰਾਸ਼ਟਰੀ ਨਾਰੀ ਦਿਵਸ ਹੈ ਜੀ। ਚੱਕ ਦਿਓ ਜੀ, ਸਤਿਕਾਰ ਕਿਵੇਂ ਦਿੱਤਾ ਜਾਵੇਗਾ। ਇਹ ਅੱਜ ਆਪਾਂ ਗੱਲਾਂ ਕਰਾਂਗੇ ਕਿ ਭਾਈਚਾਰੇ ਦੇ ਵਿੱਚ ਆਪਣੇ 'ਚ ਇਸਤਰੀ ਦੀ ਜਗ੍ਹਾ ਕਿੱਥੇ, ਕਿੰਨਾ ਕੁ ਸਤਿਕਾਰ ਆ। ਇਹ ਗੱਲ ਤੋਂ ਉੱਪਰੋਂ ਠੰਡੀ ਗੱਲ ਤੇ ਗੱਲ ਦੇ ਵਧੀਆ ਜੀਵ ਨਾਲ ਕੀਤੀਆਂ ਗੱਲਾਂ ਇਹ ਕਿੱਥੇ ਤੱਕ ਸਾਰਥਕ ਨੇ। ਸਾਡੇ ਘਰਾਂ 'ਚ ਕੀ ਹੋ ਰਿਹਾ, ਘਰਾਂ ਦੇ ਵਿੱਚ ਇਸਤਰੀ ਦੇ ਪਿੱਛੇ ਕਿਉਂ ਜਿਹੜੀ ਉਹ ਪਈ ਹੈ। ਘਰਾਂ ਦੇ ਵਿੱਚ ਜਦ ਭਰਜਾਈਆਂ ਆ ਗਈਆਂ ਤਾਂ ਭੈਣਾਂ ਦੀ ਜਗ੍ਹਾ ਕਿੱਥੇ ਰਹਿ ਗਈ। ਮਾਪਿਆਂ ਨੂੰ ਮਿਲਣੋਂ ਧੀਆਂ ਵਿਲਕਦੀਆਂ ਨੇ। ਨਣਦਾਂ ਤੇ ਭਰਜਾਈਆਂ ਦਾ ਰੇੜਕਾ ਤੇ ਗੱਲਾਂ ਆਪਣੀਆਂ ਬਹੁਤ ਵਧੀਆ ਗੱਲਾਂ ਅਸੀਂ ਬਹੁਤ ਸੋਹਣੀਆਂ ਕਰਦੇ ਹਾਂ। ਸੋਕ ਮੰਦਾ ਆਖੀਏ ਜਿੱਤ ਜਾਮੇ ਰਾਜਾਨ, ਇਹ ਗੱਲਾਂ ਬਹੁਤ ਸੋਹਣੀਆਂ ਨੇ, ਸੋਹਣੀਆਂ ਗੱਲਾਂ ਹੀ ਹੋਣੀਆਂ ਨੇ। ਪਰ ਖਰਵੀਆਂ ਗੱਲਾਂ ਕੀ ਨੇ ਇਸ ਦਿਨ ਤੇ, ਉਹਦੇ ਤੇ ਅੱਜ ਗੱਲਬਾਤ ਕਰਾਂਗੇ। 144 247 1550 184424715550 ਤੁਸੀਂ ਵੀ ਸ਼ਾਮਲ ਹੋਣਾ। KRPRadio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ। ਪ੍ਰੋਗਰਾਮ ਰਹਿ ਜੇ ਤਾਂ ਲੋਕ ਸੱਤ ਤੇ ਪਾਇਆ ਹੁੰਦਾ ਪੁਣ ਕੇ ਐਨ। ਪਵਨ ਜਵੰਦੇ ਦਾ ਧੰਨਵਾਦ। ਲੋਕ ਸੱਤ LOKSAHH ਤੇ ਨਾਲ ਹੀ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਤਾਂ 604 729 1224 6047291224 WhatsApp ਤੇ ਟੈਕਸਟ ਲਈ ਇਹ ਤੁਹਾਡੇ ਲਈ ਨੰਬਰ ਹੈ। ਤੇ ਐਤਵਾਰ ਨੂੰ ਥੋੜੀ ਜੀ ਇੱਕ ਦਿਨ ਛੁੱਟੀ ਕਰ ਲਿਓ, ਆਪ ਵੀ ਕਰ ਲਿਆ ਕਰੋ, ਮੈਨੂੰ ਵੀ ਕਰ ਲਿਆ ਕਰਨ ਦਿਓ। ਸੋਮਵਾਰ ਤੋਂ ਲੈ ਕੇ ਸ਼ਨੀਚਰਵਾਰ ਤੱਕ ਆਪਾਂ ਗੱਲਾਂ ਕਰੀ ਜਾਂਦੇ। ਪਰ ਕੋਈ ਸੁਨੇਹਾ ਤੁਹਾਡਾ ਸਭ ਤੋਂ ਪਹਿਲਾਂ ਮੈਂ ਰਿਪਲਾਈ ਕਰ ਦਿੰਦਾ। ਮੈਸੇਜ ਛੱਡ ਦਿਓ, ਲਿਖ ਨਹੀਂ ਹੁੰਦਾ WhatsApp ਤੇ ਰਿਕਾਰਡ ਕਰਕੇ ਛੱਡ ਦਿਓ, ਸੌਖਾ ਤੁਹਾਡੇ ਲਈ ਤੇ ਮੇਰੇ ਲਈ। ਤੇ 604 729 1224 ਇਹੀ ਨੰਬਰ ਹੈ। ਜੇ ਕਿਸੇ ਨੇ ਵਪਾਰਕ ਵਾਧਿਆਂ ਲਈ ਲੋਕ ਸੱਤ ਦੇ ਵਿੱਚ ਗੱਲ ਕਰਨੀ ਹੋਵੇ ਮੈਨੂੰ ਦੱਸ ਦਿਓ, ਦਫ਼ਤਰ ਨੂੰ ਮੈਂ ਕਹਿ ਦੇਵਾਂਗਾ ਤਾਂ ਫਿਰ ਉਹ ਖਿਆਲ ਕਰ ਲੈਂਦੇ। ਉਹ ਜੰਗਲ ਨਾਲ ਲੱਗਦੇ ਤਲਾਬਾਂ ਦੀ ਜਾਈ, ਜੋ ਸਾਵੀ ਸਲਤਨਤ 'ਚ ਭਟਕਣ ਸੀ ਆਈ, ਜੋ ਮਹਿਕ ਸੀ ਕਿਰਿਆ ਸੀ ਚਾਨਣ ਤਰਾਵਟ, ਤੇ ਪਿੰਡੇ 'ਚ ਢਲ ਗਈ ਉਹ ਕੋਸੀ ਬਨਾਵਟ, ਜੋ ਪਿੰਡਾ ਸੀ ਕੁਦਰਤ ਦੀ ਸ਼ਾਦਾਬੀ ਰੰਗਤ, ਤੇ ਅੰਗਾਂ ਤੋਂ ਉੱਪਰੀ ਸੀ ਟਿੱਬਿਆਂ ਦੀ ਸੰਗਤ, ਜਿਹਦੀ ਲਚਕ ਤਣਿਆ ਬਰੋਬਰ ਜਾਂ ਢੁਕਦੀ, ਉਹ ਗੁਰੂਆਂ ਦੀ ਰੂਹੀ ਕਦੇ ਵੀ ਨਾ ਸੁੱਕਦੀ, ਜੋ ਭਿਉਂਤੇ ਗੁਲਾਬਾਂ ਦੀ ਸੁਭਾਨੀ ਸੱਗੀ, ਜੋ ਟਕਸਾਲੀ ਪੌਣਾ ਦਾ ਸਾਧਕ ਪਰਾਂਦਾ, ਜੋ ਸੋਝਾਂ ਦੇ ਪੀੜੇ ਤੋਂ ਉੱਠੀ ਜਦੋਂ ਵੀ ਉਹ ਰਸਤਾ ਚਾਨਣ ਦੇ ਬਾਗਾਂ ਨੂੰ ਜਾਂਦਾ। ਸੀ ਬਿਰਖਾ ਨੇ ਬਖਸ਼ੀ ਜ਼ਿਰਾਂਦਾਂ ਦੀ ਸ਼ੱਕਰ, ਜੋ ਉੱਤੇ ਰੇਤੜ ਤੋਂ ਚੁਗ ਲੈ ਨਿਵਾਣਾ ਦੇ ਅੱਖਰ, ਤੁਲਕੀ ਸੀ ਤੁਲਸੀ ਦੀ ਮਹਿਕਰ ਨੂੰ ਅੱਗ ਚੋਂ ਲੰਘਾ ਕੇ, ਜਿਹਨੇ ਸਾਂਭ ਰੱਖਿਆ ਹੈ ਨੈਣੀ ਸਜਾ, ਜਿਹਦੇ ਰਖਤ ਵਿੱਚ ਇੱਕ ਤਿਲਸਮ ਰਵਾ ਹੈ, ਜਿਹਦੇ ਕੋਲ ਸਿਰਜਣ ਦੀ ਸ਼ਕਤੀ ਅਤਾ ਹੈ, ਜਿਹਦੀ ਹਿੱਕ 'ਚ ਕੌਸਰ ਨਦੀ ਦਾ ਬਹਾ ਹੈ, ਤੇ ਮਾਂ ਵੀ ਤਾਂ ਇਸੇ ਬਹਾ ਦਾ ਹੀ ਨਾਂ, ਜੋ ਕਾਦਰ ਦੇ ਪੋਤੇ ਦੀ ਨੰਗੀ ਲਿਖਾਈ, ਉਹ ਕਾਸ਼ਮੀ ਜਾਦੂ ਹੀ ਔਰਤ ਕਹਾਈ, ਉਹ ਜੰਗਲ ਨਾਲ ਲੱਗਦੇ ਤਲਾਬਾਂ ਦੀ ਜਾਈ, ਜੋ ਸਾਵੀ ਸਲਤਨਤ 'ਚ ਭਟਕਣ ਸੀ ਆਈ, ਜੋ ਸਾਵੀ ਸਲਤਨਤ 'ਚ ਭਟਕਣ ਸੀ ਆਈ। ਔਰਤ ਬਾਰੇ ਹਰਮਨਜੀਤ ਲਿਖਦਾ ਹੈ। ਵੱਡੀ ਖਬਰ ਜਿਹੜੀ ਚੱਲ ਰਹੀ ਹੈ ਉਹ ਇਹ ਹੈ ਕਿ ਡਿਆਨਾ ਦੇ ਪੁੱਤ ਹੈਰੀ ਦੀ ਤੇ ਉਹਦੇ ਘਰ ਵਾਲੀ ਮੇਗਨ ਦੀ ਓਪਰਾ ਵਿਨਫਰੀ ਦੇ ਨਾਲ ਕੀਤੀ ਜਿਹੜੀ ਇੰਟਰਵਿਊ ਹੈ, ਉਹਨੇ ਕੰਧਾਂ ਹਿਲਾਤੀਆਂ ਸ਼ਾਹੀ ਮਹਿਲਾਂ ਦੀਆਂ। ਇਹ ਤਾਂ ਸਾਨੂੰ ਜਿਨ੍ਹਾਂ ਦੇ ਰਾਜ ਉਹਨਾਂ ਨੇ 200 ਸਾਲ ਕੀਤਾ ਹੈ, ਸਾਨੂੰ ਉਹਨਾਂ ਦੀ ਫਿਤਰਤ ਬਾਰੇ ਕੋਈ ਗਲਤਫਹਿਮੀ ਨਹੀਂ ਹੈ ਕਿ ਉਹ ਕੀ ਕਰਨ ਵਾਲੇ ਨੇ ਲੋਕ। ਆਉਣ ਵਾਲੇ ਦਿਨਾਂ 'ਚ ਮੈਂ ਇੱਕ ਸ਼ੋਅ ਤੁਹਾਡੇ ਲਈ ਕਰਨਾ ਹੈ ਕਿ ਇੰਡੀਅਨ ਨੈਸ਼ਨਲਿਜ਼ਮ ਕੀ ਹੈ, ਰਾਸ਼ਟਰਵਾਦ ਕੀ ਹੈ। ਜਦ 1757 ਦੇ ਵਿੱਚ ਨਾ ਲੜਾਈ ਪਲਾਸੀ ਦੀ ਜਿੱਤ ਗਏ ਸਿਰਾਜ ਉਲ ਦੌਲਾ ਤੋਂ, 3000 ਹੀ ਗਏ ਹੋਏ ਸੀ ਸਿਰਫ ਈਸਟ ਇੰਡੀਆ ਕੰਪਨੀ ਵਾਲੇ। ਫਿਰ ਉਹਨਾਂ ਦੇ ਚੇਲੇ ਬਾਲ ਕੇ ਬਣੇ ਭੱਦਰ ਪੁਰਸ਼, ਜਿਨ੍ਹਾਂ ਨੂੰ ਕਹਿੰਦੇ ਬੰਗਾਲੀ, ਤੇ ਰਾਜ ਕਰਦੇ ਰਹੇ। ਜਦ ਸਾਡਾ ਰਾਜ ਖੋਹ ਕੇ 1850 ਦੇ ਵਿੱਚ ਉਜਾੜ ਕੇ 1839 ਤੋਂ 10 ਸਾਲਾਂ ਦੇ ਵਿੱਚ ਸਾਰੇ ਰਾਜਕੁਮਾਰਾਂ ਨੂੰ ਮਾਰ ਕੇ ਡੋਗਰਿਆਂ ਦਾ ਬੇੜਾ ਬੈਠਿਆ ਸਭ ਤੋਂ,
जिहदी औलाद अज राजा करण सिंह जी की पोती पिछले दिनी ब्याही है महाराजा अमरिंदर सिंह दे कैप्टन अमरिंदर सिंह दे दोते नाल। उस ने इस खालसा सरकार नूं सरकारे खालसा दे पुत किस दे सज्जे सिर ते किस नूं गोलियां सिद्धियां मरातियां, पटरानियां दे सिर दे विच पत्थर मार मार के दासियां तो महाराणियां मरवातियां। 1849 दे विच फिर बंगालियां नूं लैके आए 2200 पढ़ा के, जिन्हां नूं 1757 दे विच 1818 दे विच पहला कलकत्ते दे विच प्रेसिडेंट कॉलेज खोल के आने वाले 36 सालों के बाद विच सवर्ण जाति तो बिना कोई बंदा उस दाखिल नहीं किया। मतलब पहला कोच जद 14 साल बाद निकलिया हो, 14 सालों तो लैके 22 साल तक सिर्फ सवर्ण जाति के लोग 3% जिहड़े भारत च काबज ने उन्हां दे जवाक उहदे चों निकलदे रहे। उन्हां नूं जद लैके आए जिहड़ा कुछ उन्होंने अजाड़ा किया पंजाब दा, मैं तुहानूं दसदा भी उहदे च पता तो इन्हां नूं लग गया जां 2-3 हज़ार गया उत्थे भी इन्हां ते राज किवें करना। राज करने लई फिर उन्होंने गीता दे गुरु ग्रंथ साहिब जी दे अनुवाद कराए, अपने तौर एलीट क्लास पैदा की ते उन्हां नूं शौक चाढ़िया भी तुसीं भी इस देश दे मालक बनोगे जिथों इंडियन नैशनलिज्म जम्मिया। किस दिन मैं गल करूं फिर, पर इन्हां लोकां ने जे तुसीं कारनामे वेखो ये तो लगदा ना तुहानूं मतलब रंग बन देख के सफाई वेख के ये राजे इन्हां दे होए ने। पहला आप कट वढ़ के जद मरन लगे, जद जर्मन च इन्हां ने ट्रीटी की जिथों नैशनलिज्म शुरू हुंदा दुनिया च, ट्रीटी ऑफ वेस्टफेलिया, जिहदे विच इकट्ठे होके कहंदे फिर हुण ऐ करो नेशन स्टेट दा जुगाड़ सैट करके हुण लड़ना बंद करो, अपने अपने गाह कच्चे माल लई जहाज ढिलो, चलो करा चढ़ो जहाजां ते। फिर इन्हां ने लभे जिहड़ा अफ्रीका दे विच बेल्जियम दे शासकां ने जिहड़ा कुछ कीता है, किते तुसीं पढ़ो कदे बई किड्डा जुल्म सेंचुरियां च कीता, बंदियां दियां खल्लां किवें ला ला के पुट्ठियां टंगियां, रबड़ दे प्लांट जद लैके आए, रबड़ दा दुध जद दरख्त दा लैके आए, की कुछ करते रहे ते किवें लखां ही बंदे दफन कर दिते कलोनियां दे विच। इसे तरह ही भारत दे विच इन्हां ने जा एलीट क्लास पैदा करके फिर उन्हां तो बर्बादी की लोकां दी। उन्हां नूं फिर इन्हां नूं वेख के चा चढ़ गया। कारण ये सी चाहे मुगल राजा सी चाहे अंग्रेज राजे सी, ओहदा जिहड़ा नवाब सी, ओहदा जिहड़ा मुनशी सी, ओहदा चेला सी, बालका सी, जिहड़ा लोकां ते जुल्म करदा सी, उत्थे फरंगी नहीं सी जांदा। उत्थे उन्हां नूं एलीट क्लास दे सवर्ण जाति जिहड़े ने उन्हां नूं ला दिता। देख लो हुण जहांगीर तो लैके जकरीए तक कौन कौन सी नाल जिहड़ा काम ये कराउंदा रहा। सरहंद दे सूबे दा जिहड़ा है वो नवाब कौन सी। सो ये जिहड़ा ये तां उहदे बाद क्रिश्चियनिटी ने दूजे धर्मां नूं खत्म करन दे लई जां इस्लाम ने दूजे धर्मां नूं खत्म करन लई की कुछ नहीं कीता। अज गल सवेरे चलदी सी कि साडा जिहड़ा रिलीजन है इक्को एक दुनिया दा साझा रहबर है, जिहदे च सिखां तो बिना होर पीरां फकीरां भगतां दी बाणियां जिन्हों जद मत्था टेकदे आ, जे 10 पातशाहियां जिन्हां दी बाणी है उन्हां नूं मत्था टेकदे आ तां उत्थे उन्हां नूं भी टेकदे आ जिहड़े साडे धर्म दे विचों नहीं सी पर इंसानियत दा पाठ पढ़ाउंदे सी। ये वहशियाना लोक जिहड़े ने जिन्हां दे जिंदगी दे होरे तो तकड़े थोड़ा साडे तो ने, दिमाग वरत के इन्हां ने जिहड़ा कुछ कीता राज तां खोहे, राज खोण तो बाद जिहड़ा आउण वाली उन्हां दी नस्लां दा अजाड़ा करके आए ते मुड़ के जद अपणियां रंडियां होईयां नीले अखां वालियां दूजी ते पहली जंग दे विच फिर घर नूं भज्जे। नहीं जे कहंदे असीं छड़ा लिया, लोक छड़ा लिया, नहीं, ये तां जद इन्हां नूं पता लग्या भी इंग्लैंड च अगली नस्ल नहीं जम्मणी, बंदे मर गए ते गोरियां रह गईयां, होर आके टेक ओवर करनगे, नस्ल बिगड़ जू, फिर भज्जे घर नूं। हुण उन्हां महिलां दे विच जिथे ताजां दे उपर कोई नूर साडा दिखदा चमकदा, उत्थे स्याह रंग दी एक पोत नूं कित्थे फिट आ जूगी। जे तुसीं इंटरव्यू सुणदे हो 2 घंटे दी इंटरव्यू आ जानी है, तुसीं देखियो दर्द मेघन दा ਉਹਦੇ ਵਿੱਚ ਦੋਨੇ ਜਿਹਦੀ ਮੂਰੇ ਉਹ ਬੈਠੀ ਆ ਜਿਹੜੀ 15-16 ਸਾਲ ਦੀ ਉਮਰ ਦੇ ਵਿੱਚ ਹੀ ਸਟੈਪ ਡੈਡ ਨੇ ਪ੍ਰੈਗਨੈਂਟ ਕਰ ਦਿੱਤੀ, ਜਿਹਨੇ ਸਾਰੀ ਜ਼ਿੰਦਗੀ ਦੇ ਦੁੱਖ ਕੱਢ ਕੇ ਅੱਜ ਓਪਰਾ ਵਿਨਫਰੀ ਨੈਟਵਰਕ ਓਨ ਜਿਹੜਾ ਬਣਾਇਆ ਹੋਇਆ
ਉਹ ਬੈਠੀ ਆ ਮੂਹਰੇ, ਤੇ ਮੂਹਰੇ ਵਿਕਟਮ ਉਹ ਬੈਠੀ ਜਿਹੜੀ ਅੱਜ ਦੇ ਹਾਲਾਤਾਂ ਦੇ ਵਿੱਚ ਅਮੀਰ ਰਾਜਿਆਂ ਦੇ ਵੱਡਿਆਂ ਗਲਿਆਰਿਆਂ 'ਚ ਬਕਿੰਗਮ ਪੈਲਸ ਆ ਜੀ, ਇਹ ਪੈਲਸ ਆ ਜੀ, ਤੇ ਉਹ ਉਹਨਾਂ ਗਲਿਆਰਿਆਂ 'ਚ ਤੇ ਮੋਟੀਆਂ ਕੰਧਾਂ ਦੇ ਵਿੱਚ ਉਹਨਾਂ ਪੱਥਰਾਂ ਦੀਆਂ 'ਚ ਕੀ ਕੁਛ ਹੁੰਦਾ, ਇਹ ਉਸ ਇੰਟਰਵਿਊ ਦੇ ਵਿੱਚ ਵਪਾਰਕ ਸੰਦੇਸ਼ ਲੈ ਲਵਾਂ, ਸੁਣਾਉਣਾ ਆ ਕੇ 12:42 ਹੋਇਆ ਜੀ। ਮੇਗਨ ਨੇ ਜਿਹੜੀ ਗੱਲ ਕੀਤੀ ਆਪਣੀ ਇੰਟਰਵਿਊ ਦੇ ਵਿੱਚ, ਉਹਦੇ ਵਿੱਚ ਉਹਦੇ ਰੰਗ ਦਾ, ਉਹਦੀ ਨਸਲ ਦਾ, ਉਹਨੂੰ ਸਿਆਹ ਰੰਗ ਦਾ ਹੋਣ ਕਰਕੇ ਕਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਲੰਘੀ। ਪਰ ਇੱਥੇ ਜਿਹੜਾ ਮਾਣ ਦੇਣਾ ਬਣਦਾ ਹੈ ਉਹ ਹੈਰੀ ਨੂੰ ਦੇਣਾ ਬਣਦਾ। ਹੈਰੀ ਨੇ ਉਹਦਾ ਕਿੰਨਾ ਖਿਆਲ ਰੱਖਿਆ। ਹੈਰੀ ਨੂੰ ਪਹਿਲਾਂ ਹੀ ਪਤਾ ਸੀ ਵੀ ਜਦ ਮੈਂ ਸਿਆਹ ਰੰਗ ਦੀ ਨੂੰਹ ਲੈ ਕੇ ਉੱਥੇ ਬਣਨਾ, ਜਿਹਦੀਆਂ ਅੱਖਾਂ ਨੀਲੀਆਂ ਹੈ ਨਹੀਂ, ਉੱਥੇ ਇਹਦੀ ਜਗ੍ਹਾ ਕਿੱਥੇ ਹੋਣੀ ਹੈ। ਇਸ ਗੱਲ ਤੇ ਗੱਲ ਚਲੇ ਗਈ ਵੀ ਪਹਿਲਾ ਜਵਾਕ ਜੰਮਣ ਤੋਂ ਪਹਿਲਾਂ ਉਹ ਕਹਿੰਦੇ ਵੀ ਇਹਦਾ ਰੰਗ ਕਿਹੋ ਜਿਹਾ ਹੋ, ਡਾਰਕ ਸਕਿਨ ਤਾਂ ਨਹੀਂ ਹੋ ਜੂ। ਹੁਣ ਪੰਗਾ ਇਹ ਪੈ ਗਿਆ, ਕਰਤਾ ਨੂੰ ਕੌਣ ਰੋਕੇ, ਜਿਨ੍ਹਾਂ ਨੇ ਸ਼ਮਕਾਂ ਫੇਰੀਆਂ, ਜਿਨ੍ਹਾਂ ਨੂੰ ਲੁੱਟਿਆ ਪੁੱਟਿਆ, ਸਿਆਹ ਰੰਗ ਦਿਆਂ ਨੂੰ, ਤਾਂਬੇ ਰੰਗ ਦਿਆਂ ਨੂੰ, ਬਲਦਾਂ ਦੀ ਜਗ੍ਹਾ ਜਿਨ੍ਹਾਂ ਨੂੰ ਜੋੜਿਆ, ਜਿਨ੍ਹਾਂ ਨੂੰ ਅੰਡੇਮਾਨ, ਨਿਕੋਬਾਰ ਤੇ ਪਤਾ ਨਹੀਂ ਕਿਹੜਿਆਂ ਦੇ ਜੇਲ੍ਹਾਂ ਦੇ ਵਿੱਚ ਸਾੜ ਤੇ ਜਾਲ ਤੇ ਦੁਨੀਆ ਦੇ ਵਿੱਚ ਜਿੱਥੇ ਵੀ ਕੀਤਾ, ਕਿਉਂਕਿ ਜਦ ਜਾਣਾ ਤੁਸੀਂ ਕਿਸੇ ਸੱਭਿਅਤਾ ਨੂੰ ਉਜਾੜਨਾ, ਜ਼ੁਲਮ ਤਾਂ ਕਰਨਾ ਹੀ। ਹੁਣ ਉਹ ਨਸਲ ਕਿਤੇ ਪ੍ਰੈਜ਼ੀਡੈਂਟ ਬਣ ਰਹੀ ਹੈ ਅਮਰੀਕਾ ਦਾ, ਕਿਤੇ ਨੂੰਹ ਬਣ ਰਹੀ ਹੈ ਸ਼ਾਹੀ ਘਰਾਣੇ ਦੀ। ਹੁਣ ਕੁਦਰਤ ਦੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਰੋਕੋ? ਕੁਛ ਕੁਦਰਤ ਦਾ ਵਿਧਾਨ ਹੈ। ਇਹ ਵੀ ਨਹੀਂ ਮੈਂ ਕਹਿੰਦਾ ਵੀ ਇਹ ਨੂੰਹ ਜਾਂ ਪ੍ਰੈਜ਼ੀਡੈਂਟ ਬਣਨ ਦੇ ਨਾਲ ਬਾਕੀ ਸਿਆਹ ਰੰਗਦਿਆਂ ਦੀ ਬੰਦ ਖਲਾਸੀ ਹੋਣੀ ਹੈ, ਜੱਟਾਂ ਦੇ ਭਾਈਆਂ ਦੇ ਪੁੱਤਾਂ ਤਾਂ ਘਾਹ ਹੀ ਖੋਤਣਾ ਜਿਹੜੀ ਗੱਲ ਆ। ਹਾਂ, ਇਹ ਸਿੰਬੋਲਿਕ ਹੋ ਜਾਂਦਾ। ਇੱਕ ਜਗ੍ਹਾ ਤੇ ਉਹ ਕਹਿੰਦੀ ਵੀ ਮੈਂ ਜਮਾ ਹੀ ਇਸ ਗੱਲ ਤੇ ਆ ਗਈ, ਬਹੁਤ ਮੇਰੇ ਕੰਟੀਨਿਊਸ ਥਾਟ ਆ ਰਹੇ ਨੇ ਵੀ ਮੈਂ ਰਹਿਣਾ ਜਿਉਣਾ। ਤੇ ਉਸ ਸਮੇਂ ਵੀ ਮੈਨੂੰ ਮੇਰੇ ਘਰ ਵਾਲੇ ਹੈਰੀ ਨੇ ਕ੍ਰੇਡਲ ਕੀਤਾ, ਮੈਨੂੰ ਸਾਂਭਿਆ, ਮਤਲਬ ਬੁੱਕਲ 'ਚ ਲੈ ਕੇ, ਨਹੀਂ ਕਹਿੰਦੀ ਮੈਂ ਖੁਦਕੁਸ਼ੀ ਕਰ ਜਾਂਦਾ। ਆਰਚੀ ਆਉਣ ਵਾਲੇ ਜਵਾਕ ਦਾ ਰੰਗ ਸਕਿਨ ਦਾ ਕਿਹੜਾ ਹੋਊਗਾ, ਇਸ ਗੱਲ ਤੇ ਗੱਲ। ਐਵੇਂ ਜੀ ਸ਼ਾਹੀ ਮਹਿਲ ਛੱਡ ਕੇ ਆਏ ਉਹ ਜੀ, ਇਹ ਤਾਂ ਪਰਾਂ ਰਹਿਣਾ ਚਾਹੁੰਦੇ ਸੀ, ਉਹ ਇਹਨੇ ਉੱਥੇ ਵਾਸਾ ਹੀ ਨਹੀਂ ਸੀ ਹੋਣਾ। ਉਹਨੇ ਦੇਖ ਲਿਆ ਸੀ ਜਵਾਕ ਸਿਕਿਉਰਿਟੀ ਤੋਂ ਬਿਨਾਂ, ਜਵਾਕ ਰਾਜਕੁਮਾਰ, ਤੇ ਉਸ ਤੋਂ ਬਾਹਰ ਨਿਕਲ ਕੇ ਅਸੀਂ ਆਪਣੀ ਜ਼ਿੰਦਗੀ ਜਿਉਣੀ। ਉਹ ਗੱਲ ਕਿਸੇ ਸੀਨੀਅਰ ਰਾਇਲ ਫੈਮਿਲੀ ਦੇ ਬੰਦੇ ਨੇ ਕਹੀ ਹੈਰੀ ਨੂੰ, ਹੈਰੀ ਨੇ ਮੇਗਨ ਨੂੰ ਦੱਸੀ, ਪਰ ਉਹ ਬੰਦੇ ਦਾ ਨਾਂ ਨਹੀਂ ਦੱਸਿਆ ਉਹਨੇ। ਉਹ ਕਹਿੰਦਾ ਪਿਓ ਮੇਰਾ ਮੇਰੇ ਨਾਲ ਬੋਲਣੋਂ ਹਟ ਗਿਆ, 2 ਕਨਵਰਸੇਸ਼ਨਾਂ ਹੋਈਆਂ ਜਦ ਮੈਂ ਮੇਗਨ ਦੀ ਗੱਲ ਦੱਸੀ, ਉਹ ਵਾਰ ਗੱਲ ਨਾ ਕੀ। ਡਾਇਆਨਾ ਦੇ ਦੋਦੀ ਅਲ-ਫਾਹਿਦ ਦੇ ਨਾਲ ਇਸ਼ਕ ਮੁਸ਼ਕ ਦੀਆਂ ਗੱਲਾਂ, ਜਾਂ ਪਾਕਿਸਤਾਨ ਵਾਲੇ ਪਹਿਲੇ ਡਾਕਟਰ ਦੇ ਨਾਲ ਉਹਦੀਆਂ ਬਹੁਤ ਜਿਹੜੀਆਂ ਥਿਉਰੀਆਂ ਨੇ ਅਲੱਗ-ਅਲੱਗ, ਵੀ ਉਹ ਮਾਰੀ ਗਈ, ਉਹ ਕਤਲ ਹੋਈ, ਜਾਂ ਉਹ ਪਿੱਛੇ ਜਿਹੜੇ ਫੋਟੋਆਂ ਖਿੱਚਣ ਵਾਲੇ ਪੈਪਰੋਜ਼ੀ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਪਿੱਛੇ ਕੈਮਰੇ ਲਈ ਫਿਰਦੇ ਸੀ, ਗੱਡੀ ਭਜਾ ਲਈ ਤੇ ਗੱਡੀ ਨਾਲ ਉਹ ਐਕਸੀਡੈਂਟ ਹੋ ਗਿਆ, ਮਰ ਗਈ 97 ਦੇ ਵਿੱਚ। ਤੇ ਮਤਲਬ ਹੈਰੀ ਨੇ ਜਿਹੜੀਆਂ ਤੇ ਗੱਲਾਂ ਕੀਤੀਆਂ, ਇਹ 2 ਘੰਟੇ ਦੀ ਇੱਕ ਸੁਣਨ ਵਾਲੀ ਆ। ਵੀ ਇਸ ਨੇ ਹੁਣ ਜਿਹੜੇ ਪੱਤਰਕਾਰ ਨੇ, ਜਿਹੜੇ ਅਖਬਾਰ ਨੇ, ਜਿਹੜੇ ਪਾਣੀ ਭਰਦੇ ਆ ਰਾਜੇ ਖਾਨਦਾਨ ਦਾ, ਜਿਨ੍ਹਾਂ ਨੂੰ ਮਾਣ ਹੈ, ਤਾਂ ਸਮਝ ਨਹੀਂ ਆਉਂਦੀ, ਲੱਖਾਂ ਹੀ ਲੋਕ ਲਾਈਨ 'ਚ ਖੜ ਕੇ ਤੁਰੀ ਜਾਂਦੀ, ਮਹਾਰਾਣੀ ਦੇਖਣੀ ਆ ਅਸੀਂ, ਇਹਨਾਂ ਦੇ ਵਿਆਹ ਨੂੰ ਦੇਖਣਾ ਸੀ। ਉਹ 'ਚ ਕੀ ਫਰਕ ਹੈ, ਕੀ ਮਨ 'ਚ ਹੈ? ਹੁਣ ਜੀ ਬਿਮਾਰ ਹੋ ਗਿਆ ਵੱਡਾ ਰਾਜਾ, ਹੁਣ ਦੂਜੀ ਮਹਾਰਾਣੀ ਬਿਮਾਰ ਹੋ ਗਈ, ਬਾਕੀ ਦੁਨੀਆ ਬਿਮਾਰ ਹੀ ਹੁੰਦੀ ਹੈ। ਐਡੀ ਕਿੱਡੀ ਕੁ ਕਹਾਣੀ ਹੈ। ਜਾਂ ਤਾਂ ਇਹ ਦੱਸੋ ਨਾ ਵੀ ਉਹ ਜਿਹਾ ਰਾਜ ਸੀ ਜਿਹਨੂੰ ਅਸੀਂ ਪਿੱਟੀਏ, ਰੋਈਏ, ਬਈ ਬਹੁਤ ਚੰਗੇ ਰਾਜ ਕਰਨ ਵਾਲੇ, ਉਹ ਨਹਿਰਾਂ ਕੱਢਤੀਆਂ ਜੀ, ਅੰਗਰੇਜ਼ ਦਾ ਰਾਜ ਚੰਗਾ ਸੀ ਪੰਜਾਬ 'ਚ, ਇਹ ਬਹੁਤ ਕਹੀ ਜਾਂਦੇ ਨੇ ਲੋਕ। ਪਰ ਜਿਹੜਾ 47 'ਚ 10 ਲੱਖ ਦਾ ਮੁੱਲ ਪਿਆ, ਉਹ ਜਿਹੜੇ ਭੱਜ ਕੇ ਖੂਹਾਂ 'ਚ ਛਾਲਾਂ ਮਾਰੀਆਂ ਨੇ, ਉਹ ਵੀ ਇਹਨਾਂ ਨੇ ਕਰਕੇ ਆਏ ਨੇ, ਰੋਲ ਘਚੋਲਾ ਛੱਡ ਕੇ ਆਏ ਨੇ, ਜਿਹੜਾ ਕੁਛ ਇਹੀ ਕਰਕੇ ਆਏ। ਠੀਕ ਆ, ਲੀਡਰਸ਼ਿਪ ਮਾੜੀ ਸੀ, ਤਾਰਾ ਸਿੰਘ ਵਰਗਿਆਂ ਨੂੰ ਪਤਾ ਨਹੀਂ ਸੀ। ਜਦ ਮਾੜਾ ਜਿਹਾ ਆਪਣੀ ਕੌਮ ਦੀ ਗੱਲ ਕਹਿੰਦੇ, ਉਹਨੂੰ ਫਿਰਕੂ ਕਹਿੰਦੇ, ਜਦੇ ਕੰਬ ਜਾਂਦਾ। ਮੈਨੂੰ ਫਿਰਕੂ ਕਹਿਤਾ, ਦੇਸ਼ ਦੀ ਅਖੰਡਤਾ ਦੀ ਗੱਲ ਹੋ ਗਈ, ਜੇ ਹੋ ਗਈ। ਪੰਜਾਬੀ ਸੂਬੇ 'ਚ ਵੀ ਆਹੀ ਕੁਛ, ਸਵਾਹ ਸ਼ੱਕਰ ਸੇਵੀਆਂ ਹੁੰਦੀਆਂ ਰਹੀਆਂ। ਤੇ ਉਸੇ ਸਮੇਂ ਡਰ ਜਾਣਾ ਵੀ ਮੈਂ ਫਿਰਕੂ ਨਹੀਂ ਕਹਾਉਣਾ,
ਦੂਜੇ ਜਿਨ੍ਹਾਂ ਨੇ ਆਪਣਾ ਦੇਸ਼ ਲਾਇਆ ਉਹ ਕਹਿੰਦੇ ਕਹਿ ਦਿਓ ਫਿਰ ਕੀ ਦੇ ਸਾਨੂੰ ਦੇਸ਼ ਹੋਵੇ। ਜਿਨ੍ਹਾਂ ਨੇ ਜਦ ਦੇਖ ਲਿਆ ਤੇ ਸਰ ਅਹਿਮਦ ਨੇ ਦੇਖ ਲਿਆ ਵੀ ਪਹਿਲਾਂ ਕਾਂਗਰਸ ਦੇ ਵਿੱਚ ਰਲ ਕੇ ਉਹ ਕਹਿੰਦੇ ਬਿਲਕੁਲ ਕੋਈ ਪਾਕਿਸਤਾਨ ਨਹੀਂ ਬਣਾਉਣਾ। ਜਦ ਦੇਖ ਲਿਆ ਵੀ ਕਾਂਗਰਸ ਕਹਿੰਦੀ ਕੀ ਆ 2 ਸਾਲਾਂ 'ਚ ਮੁਸਲਿਮ ਲੀਗ ਬਣੀ, ਉਹ ਕਹਿੰਦੇ ਨਾ ਅਸੀਂ ਤੁਹਾਡੇ ਨਾਲ ਕਹਿੰਦੇ। ਬਲਦੇਵ ਦੂਮਣੇ ਦੇ ਨਾਲ ਕਹਿੰਦੇ ਗੱਲ ਹੋਈ ਜਿਨ੍ਹਾਂ ਨੇ ਪਰਚੀ ਲਿਖ ਕੇ ਦਿੱਤੀ ਵੀ ਆਜੋ ਰਲ ਜਾਓ ਨਾਲ। ਹਾਲਾਂਕਿ ਐਡੀ ਕੋਈ ਕਹਾਣੀ ਨਹੀਂ ਸੀ, ਐਵੇਂ ਨਹੀਂ ਸੀ ਰਲਾਉਂਦੇ, ਉਹਨਾਂ ਦੇ ਗਾਉਂ ਸੀ, ਕਿਤੇ ਵੀ ਵੱਧ ਗਿਣਤੀ 'ਚ ਕੌਮ ਹੈ ਨਹੀਂ ਸੀ। ਦੂਮਣਾ ਕਹਿੰਦਾ ਇਸ ਤਾਂ ਆਲਰੇਡੀ ਮੈਂ ਤਾਂ ਯਾਰੀ ਆ ਮੇਰੀ ਤਾਂ ਜਵਾਹਰ ਲਾਲ ਨਹਿਰੂ ਨਾਲ, ਤੁਹਾਡਾ ਦੇਖ ਲਓ ਮੈਂ ਕਿੱਡਾ ਕੁ ਪਾਕਿਸਤਾਨ ਬਣੂ। ਜਨਾਬ ਕਹਿੰਦਾ ਵੀ ਜਿੱਡੀ ਕਿ ਤੇਰੇ ਹੱਥ 'ਚ ਸਲਿੱਪ ਆ, ਜੇ ਐਡਾ ਵੀ ਪਾਕਿਸਤਾਨ ਬਣ ਜਾਵੇ ਓਡਾ ਵੀ ਲੈ ਲਾਂਗੇ ਅਸੀਂ। ਇਰਾਦੇ ਵੇਖ ਲਏ ਸੀ ਉਹਨਾਂ ਨੇ। ਸੋ ਇਹ ਲੋਕਾਂ ਨੇ ਹੁਣ ਇਹਨਾਂ ਦੀ ਜਿਹੜਾ ਇਹਨਾਂ ਦੇ ਮਹਿਲਾਂ ਦੇ ਵਿੱਚ ਜਿਹੜੀ ਖੁੱਡ ਜਾਣੀ ਹੈ ਉਹ ਇਹਨਾਂ ਨੇ ਕੱਢਣੀ ਹੈ, ਨਹੀਂ ਤਾਂ ਨਿਕਲ ਨਹੀਂ ਦਿੰਦੇ। ਇਹਨਾਂ ਦੇ ਮਲਟੀ ਲੇਅਰਸ ਨੇ, 10-12 ਲੇਅਰ ਤੇ 14ਵੀਂ-15ਵੀਂ ਜਗ੍ਹਾ ਤੁਸੀਂ ਆਮ ਜਨਤਾ ਆਉਂਦੇ ਕਿੱਥੇ ਨਿਕਲ ਦਿੰਦੇ ਨੇ। ਪਹਿਲਾਂ ਆਪਣੀਆਂ ਗੱਲਾਂ, ਅੰਦਰਲੀਆਂ ਗੱਲਾਂ, ਬਲੱਡ ਰਿਲੇਸ਼ਨ, ਬਲੱਡ ਲਾਈਨ ਜੀ, ਉਹਦੇ ਬਾਅਦ ਇਹਨਾਂ ਦੇ ਖਰੀਦੇ ਹੋਏ ਜਰਖੇਜ਼ ਪੱਤਰਕਾਰ ਜਿਹੜੀ ਇਹਨਾਂ ਦੀਆਂ ਗੱਲ ਰੋਇਲ ਬਾਇਓਗ੍ਰਾਫਰਸ ਆਪਣਾ ਨਾਂ ਲਿਖ ਕੇ ਜੀ ਮੈਂ ਰਾਣੀ ਦੀ ਬਾਇਓਗ੍ਰਾਫਰ ਹਾਂ, ਜਿੱਥੇ ਰਾਣੀ ਲੰਘੀ ਸੀ ਜੀ, ਇਹਨਾਂ ਦੇ ਇਨਸਿਗਨੀਆਂ ਨੇ ਜੀ, ਆ ਦੇਖੋ ਜੀ ਤੇ ਜੇ ਤੇ ਉਹ। ਇਹ ਹੁਣ ਜਦ ਇਹਦੇ ਤੇ ਬਹੁਤ ਵੱਡਾ ਮੇਗਨ ਤੇ ਹਮਲਾ ਬੋਲਿਆ ਉੱਥੇ ਦੇ ਪੱਤਰਕਾਰਾਂ ਬਈ ਇਹ ਫਿੱਟ ਨਹੀਂ ਜੀ, ਇਹ ਇੱਥੇ ਨਹੀਂ ਜੀ ਹੈ, ਦਵਾਨੀ ਨਹੀਂ ਮਿਲੀ ਇਸ ਦੇ ਵਿੱਚੋਂ। ਹੁਣ ਉਹ ਕਹਿੰਦਾ ਵੀ ਮੇਰੀ ਮਾਂ ਜਿਹੜਾ ਮੈਨੂੰ ਕੋਈ ਛੱਡ ਕੇ ਗਈ ਡਾਇਨਾ, ਉਹਦੇ ਕਰਕੇ ਅਸੀਂ ਜਿਉ ਰਹੇ ਹਾਂ ਤੇ ਨਹੀਂ ਅੰਦਰੋਂ ਤਾਂ ਫਸਤਾ ਵੜਤਾ ਪਿਆ, ਤੁਹਾਨੂੰ ਕੱਖ ਨਹੀਂ ਮਿਲਣਾ ਰਾਇਲ ਡਿਊਟੀਜ਼ ਤੋਂ। ਉਹ ਕਹਿੰਦੇ ਅਸੀਂ ਰਹਿਣਾ ਨਹੀਂ ਤੁਹਾਡੇ ਵਾਲੀ ਜ਼ਿੰਦਗੀ ਜਿਵੇਂ ਤੁਸੀਂ ਰਹਿੰਦੇ ਹੋ, ਮਤਲਬ ਉਹ ਜਿਹਾ ਅਸੀਂ ਰਹਿਣਾ ਨਹੀਂ। ਪਰ ਇਹਦੇ ਵਿੱਚੋਂ ਜਿਹੜਾ ਕੋਈ ਆਈ ਜਾਵੇ ਜਾਈ ਜਾਵੇ, ਪਰ ਇਹ ਓਪਰਾ ਵਿਨਫਰੀ ਵਾਲੀ ਤੁਸੀਂ ਨਾ ਇੰਟਰਵਿਊ ਜ਼ਰੂਰ ਸੁਣਿਓ ਬਈ ਅੱਜ ਦੇ ਦਿਨ ਤੇ ਉਹਨੇ ਇਹ ਵੀ ਜਾਣ ਕੇ ਇੱਕ ਦਿਨ ਪਹਿਲਾਂ ਹੀ ਕੀਤੀ, ਹੋਣੀ ਵੀ ਚਾਹੀਦੀ ਸੀ। ਉੱਥੇ ਗੱਲਾਂ ਹੋਣਗੀਆਂ ਇੰਟਰਨੈਸ਼ਨਲ ਵੂਮਨ ਡੇ ਤੇ ਇਹ ਤੇ ਉਹ। ਉਸ ਦੇ ਸਮੇਂ ਅੱਜ 21ਵੀਂ ਸਦੀ ਦੇ ਵਿੱਚ ਕੀ ਹੋ ਰਿਹਾ ਜਿੱਥੇ ਰੰਗ ਨਸਲ ਨੂੰ ਵੇਖ ਕੇ ਬੰਦੇ ਦੀ ਵੈਲਿਊ ਸਿਸਟਮ ਉੱਥੇ ਜਾ ਕੇ ਬੰਦੇ ਨੂੰ ਪੁਣਦਾ। ਮਤਲਬ ਉਹ ਇਹੋ ਜਿਹੇ ਮਹਿਲਾਂ ਦੇ ਵਿੱਚ ਜਿੱਥੇ ਦਾ ਦਮ ਘੁੱਟ ਲੱਗਿਆ ਤੇ ਜਿੱਥੇ ਉਹਨੂੰ ਐ ਲੱਗਣ ਲੱਗਿਆ ਵੀ ਮੈਨੂੰ ਮਰਨਾ ਪੈਣਾ, ਤੇ ਇਹ ਬਹੁਤ ਵੱਡੇ ਇਸ਼ੂ ਨੇ। ਪਹਿਲੇ ਦਿਨੋਂ ਹੀ ਉਹ ਐਕਸੈਪਟਡ ਨਹੀਂ ਸੀ ਉੱਥੇ, ਉਹ ਚਲੋ ਚਲੇ ਗਏ ਕਿਵੇਂ ਨਾ ਕਿਵੇਂ, ਔਖੀ ਸੌਖੀ ਵੜ ਗਈ। ਹੈਰੀ ਮੰਨਿਆ ਨਾ, ਹੈਰੀ ਨੂੰ ਪਤਾ ਸੀ ਵੀ ਮੇਰਾ ਸਾਹਮਣਾ ਕੀ, ਕਿੱਧਰ ਨੂੰ ਹੋਣਾ ਕੀ ਹੈ। ਜਿਹੜੀਆਂ ਦੂਜੀਆਂ ਨੇ ਜਾਂ ਕੋਈ ਜਿਹੜੀ ਹੁਣ ਉਹਦੇ ਆਪਣੇ ਨੇ ਚਾਰਲਸ ਨੇ ਰੱਖੀ ਹੋਈ ਹੈ, ਜਦ ਲੱਭਣ ਗਿਆ ਵਿਆਹ ਤੋਂ ਪਹਿਲਾਂ ਡਾਇਨਾ ਤੋਂ, ਯਾਦ ਹੈ PAU ਵੀ ਗਿਆ ਸੀ ਲੁਧਿਆਣੇ, ਆਖਿਆ ਜੀ ਮੈਂ ਇੰਡੀਆ ਦੇ ਵਿੱਚੋਂ ਵੀ ਸਾਕ ਲੱਭ ਸਕਦਾ। ਪਤਾ ਹੀ ਨਹੀਂ ਉੱਥੇ ਕਿੰਨੀਆਂ ਤਿਆਰ ਹੋ ਕੇ PAU ਦੇ ਵਿੱਚ ਕੁੜੀਆਂ ਗਈਆਂ। ਮਤਲਬ ਇਹ ਅਖੇਦੀਆਂ ਕਰਨ ਵਾਲੇ ਬੰਦੇ, ਇਹ ਉਹ ਬਾਜ ਨੇ ਜਿਹੜਾ 6ਵੇਂ ਪਾਤਸ਼ਾਹ ਦੇ ਬਾਜ ਨੇ ਲਾਇਆ ਸੀ। ਜਦ ਹਟਦਾ ਨਹੀਂ ਸੀ ਉਹ ਕਹਿੰਦੇ ਮਾਰਨਾ ਤੂੰ ਖੁੰਗਾ ਮਾਰਦਾ ਹੈ, ਤੈਨੂੰ ਐ ਨਹੀਂ ਅਸੀਂ ਦਿੰਦੇ। ਲਾ ਲਿਆ, ਰੌਲਾ ਪੈ ਗਿਆ, ਕਹਿੰਦੇ ਬਾਜ ਮੋੜੋ, ਕਹਿੰਦੇ ਬਾਜ ਬੂਝ ਨਹੀਂ ਮੁੜਨਾ ਹੈ, ਇਹੋ ਜਿਹਾ ਬਾਜ ਨਹੀਂ ਅਸੀਂ ਦਿੰਦੇ ਜਿਹੜਾ ਆਮ ਜਾਨਵਰਾਂ ਨੂੰ ਤੰਗ ਕਰੇ। ਮਤਲਬ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਹੀ ਕੀਤਾ। ਹੁਣ ਉਹਦੀ ਜਿਹੜੀ ਰਖੇਲ ਜਿਹਨੂੰ ਉਹ ਘਰ ਵਾਲੀ ਬਣਾਈ ਬੈਠਾ, ਉਹਨਾਂ ਦੇ ਖਾਨਦਾਨ ਜਾਂ ਜਿਹੜੀ ਵਿਲੀਅਮ ਦੇ ਘਰ ਵਾਲੀ ਆ ਉਹਦੇ ਖਾਨਦਾਨ, ਉਹ ਕਿਤੇ ਰਾਇਲ ਘਰ ਦੇ ਵਿੱਚ ਕੰਮ ਕਰਦੇ ਸੀ ਜੀ, ਇਹ ਕਰਦੇ ਸੀ ਉਹ। ਬਸ ਮੇਗਨ ਤਾਂ ਨਾ ਫਿੱਟ ਆਈ ਕਿ ਇਹਦਾ ਰੰਗ ਨਹੀਂ ਹੈ, ਬਸ ਇੱਥੇ ਗੱਲ ਖੜ ਗਈ ਜਾ। ਇਹ ਇੰਟਰਵਿਊ ਤੁਹਾਡੇ ਸੁਣਨ ਵਾਲੀ ਹੈ, ਕੋਸ਼ਿਸ਼ ਕਰਿਓ ਜਦ ਤੁਹਾਨੂੰ ਸਮਾਂ ਮਿਲੇ ਤੇ ਤੁਹਾਨੂੰ ਪਤਾ ਲੱਗੂਗਾ ਕਿ ਇਹਨਾਂ ਦੇ ਵਿੱਚ ਕੀ ਵਸਦਾ ਹੈ। ਦੂਜਾ, ਯਮਨ ਦੇ ਵਿੱਚ ਜਿਹੜਾ ਸਾਊਦੀ ਅਰਬ ਤੇ ਹੂਦੀ ਜਿਹੜੇ ਗਰੀਲੇ ਨੇ ਉਹਨਾਂ 'ਚ ਖੜਕੀ ਹੋਈ ਸਿੱਧੀ। ਹੂਦੀ ਨੇ ਜਿਹੜੇ ਉਹਨਾਂ ਨੂੰ ਉਹ ਕਹਿ ਰਿਹਾ ਵੀ ਈਰਾਨ ਮਦਦ ਕਰਦਾ, ਸਾਊਦੀ ਹਾਦੀਆਂ ਦੀ ਮਦਦ ਕਰਦਾ, ਜਿਹੜਾ ਉਹਨਾਂ ਦਾ ਰਾਸ਼ਟਰਪਤੀ ਭੱਜ ਕੇ ਉਹਨਾਂ ਕੋਲ ਬੈਠਾ। ਹੂਦੀ ਕੀ ਕਰ ਰਹੇ ਨੇ, ਉਹ ਅਟੈਕ ਕਰ ਰਹੇ ਨੇ ਜਿਹੜਾ ਮੇਨ ਸਾਊਦੀ ਅਰਬ ਦੀਆਂ ਰਿਫਾਈਨਰੀਆਂ ਨੇ ਉਹਨਾਂ ਤੇ ਸਾਊਦੀ ਅਰਬ ਗੁਆਂਢ ਦੇ ਵਿੱਚ ਸਾਊਦੀ ਅਰਬ ਤੇ ਦੁਬਈ ਨਾਲ ਰਲ ਕੇ ਕੋਸ਼ਿਸ਼ ਕਰ ਰਹੇ ਨੇ ਅਰਾਮਕੋ ਤੇ ਜਿਹੜਾ ਉਹਨਾਂ ਨੇ ਹਮਲੇ ਜਿਹੜੇ
ਅਟੈਕ ਕੀਤੇ, ਜਿਹੜਾ ਮੇਨ ਰਿਫਾਈਨਰੀ ਸਿਸਟਮ ਆ $70-71 ਨੂੰ ਬੈਰਲ ਚਲੇ ਗਈ। ਪਰ ਹੂਦੀਆਂ ਨੂੰ ਜਿਹੜਾ ਕਹਿੰਦੇ ਬਾਈਡਨ ਤੋਂ ਬਾਅਦ ਇੱਥੇ ਨਿਬੜ ਜੂ ਗੱਲ। 6 ਸਾਲ ਹੋ ਗਏ ਯਮਨ ਦੀ ਲੜਾਈ ਨੂੰ, ਤੇ ਯਮਨ ਢਹਿ ਗਿਆ, ਸਾਰਾ ਖਤਮ ਹੋ ਗਿਆ, ਸੀਰੀਆ ਵਾਂਗੂ ਖਤਮ ਹੋ ਗਿਆ। ਯਮਨ ਇੱਕ ਉਹ ਜਿਹੀ ਜਗ੍ਹਾ, ਜੇ ਤੁਸੀਂ ਯਮਨ ਦਾ ਨਕਸ਼ਾ ਦੇਖਦੇ ਹੋ ਤਾਂ ਮੇਨ ਬਹੁਤ ਸਟ੍ਰੇਟੇਜਿਕ ਉਹਦੀ ਜਗ੍ਹਾ ਜਿੱਥੋਂ ਆ ਕੇ ਮੈਡੀਟੇਰੀਅਨ ਭੂਮੱਧ ਏਰੀਏ ਦੇ ਨਾਲ ਮਿਲਣਾ, ਆ ਕੇ ਏਸ਼ੀਆ ਦੇ ਉਸ ਖਿੱਤੇ ਨੇ, ਉੱਥੋਂ ਲਾਲ ਸਾਗਰ ਦੇ ਵਿੱਚੋਂ ਜਿਹੜਾ ਨਹਿਰ ਸਵੇਜ ਦੇ ਵਿੱਚ ਦੀ ਜਹਾਜ਼ ਲੰਘਣੇ ਨੇ, ਉੱਥੇ ਹੀ ਸਮਾਲੀਆ ਦੇ ਤੇ ਇਹ ਸਮੁੰਦਰੀ ਲੁਟੇਰੇ ਜਿਹੜੇ ਲੁੱਟਦੇ ਸੀ। ਯਮਨ ਨੂੰ ਬਹੁਤ ਇੱਕ ਪਾਣੀ ਦੇ ਇੱਕ ਬੰਨੇ ਯਮਨ ਆ, ਦੂਜੇ ਬੰਨੇ ਸਾਊਦੀ ਅਰਬ ਹੈ। ਸਾਊਦੀ ਅਰਬ ਦੇ ਵੱਡੇ ਮੁਸਲਿਮ ਧਰਮ ਦੇ ਵੱਡੇ ਜਿਹੜੇ ਮੁਕੱਦਸ ਸਥਾਨ ਨੇ, ਮੱਕਾ ਤੇ ਮਦੀਨਾ, ਉੱਥੇ ਉਸ ਖਿੱਤੇ 'ਚ। ਤੇ ਹੁਣ ਇਹਨਾਂ ਦਾ ਉੱਥੇ ਆਪਸ ਵਿੱਚ ਝਗੜਾ, ਇੱਕ ਬੰਨੇ ਸੁੰਨੀ ਤੇ ਸ਼ੀਆ ਦਾ ਰੌਲਾ। ਹੂਦੀ ਨੇ ਜਿਹੜੇ ਸਾਰੇ ਸ਼ੀਆ ਨੇ, ਸੁੰਨੀ ਆ ਜਿਹੜਾ ਹਾਦੀ ਹੈ, ਤੇ ਹਾਦੀ ਭੱਜ ਕੇ ਜਾ ਕੇ ਵੜ ਗਿਆ ਸਾਊਦੀ ਅਰਬ, ਤੇ ਸਾਊਦੀ ਅਰਬ ਨੇ ਜ਼ੋਰ ਇਹਨਾਂ ਝੋਕਿਆ ਹੋਇਆ। ਬਾਈਡਨ ਦੀ ਸਰਕਾਰ ਆਉਣ ਤੋਂ ਬਾਅਦ ਬਾਈਡਨ ਚੇਂਜ ਕਰ ਦੂ, ਕਿਸੇ ਨੇ ਕੁਛ ਚੇਂਜ ਨਹੀਂ ਕਰਨਾ। ਮਹਿਕੂਮ ਜਿਹੜੇ ਹੁੰਦੇ ਆ, ਜਿਨ੍ਹਾਂ ਤੇ ਜ਼ੁਲਮ ਹੁੰਦਾ ਹੈ, ਉਹਨਾਂ ਤਾਂ ਰੱਬੀ ਉਹ ਕੋਈ ਫਰਿਸ਼ਤਾ ਹੀ ਆ ਜਾਵੇ ਕੌਮ ਨੂੰ ਸਾਂਭਣ ਵਾਲਾ, ਜਿਹੜਾ ਕੌਮ ਨੂੰ ਪੱਬਾਂ ਤੇ ਕਰ ਦੇਵੇ। ਨਹੀਂ ਤਾਂ ਉਹ ਤਾਂ ਖਰਬੂਜੇ ਹੀ ਨੇ, ਉਹ ਡਿੱਗ ਜਵੇ ਆ ਕੇ, ਜਾਂ ਜਿਹੜਾ ਚਾਕੂ ਆ ਖਰਬੂਜੇ 'ਚ ਉੱਪਰੋਂ ਧਸ ਜਵੇ, ਉਹਨੇ ਧਸਣਾ ਹੀ ਧਸਣਾ। ਸੋ ਇਹ ਪ੍ਰੈਜ਼ੀਡੈਂਟ ਟਰੰਪ ਨੇ ਟੈਰਰ ਲਿਸਟ ਤੇ ਇਹਨਾਂ ਨੂੰ ਪਾ ਦਿੱਤਾ ਸੀ। ਉਹਨਾਂ ਦਾ ਇਹ ਹੈ, ਮਾਰਚ 4 ਨੂੰ ਉਹਨਾਂ ਨੇ ਇੱਕ ਮਿਸਲ ਜਿਹੜੀ ਪੈਟਰੋਲੀਅਮ ਪ੍ਰੋਡਕਟ ਦਾ ਡਿਸਟ੍ਰੀਬਿਊਸ਼ਨ ਪਲਾਂਟ ਆ ਰੈਡ ਸੀ ਸਿਟੀ ਜੱਦਾ ਦੇ ਵਿੱਚ, ਉੱਥੇ ਸਿਟੀ, ਤੇ ਸਾਊਦੀ ਕਹਿੰਦੇ ਨੇ ਅਸੀਂ ਉਸ ਨੂੰ ਰੋਕ ਦਿੱਤਾ ਸੀ। ਇਸੇ ਖਿੱਤੇ ਦੇ ਵਿੱਚ ਜਿਹੜਾ ਆਉਣ ਤੋਂ ਟਰੰਪ ਜਾਣ ਤੋਂ ਬਾਅਦ ਪੋਂਪੀਓ ਨੇ ਜਿਹੜਾ 2 ਮਹੀਨੇ ਜ਼ੋਰ ਲਾਇਆ ਇਜ਼ਰਾਈਲ ਨੂੰ ਮਿਲਾਉਣ ਦਾ, ਤੇ ਇਜ਼ਰਾਈਲ ਨੂੰ ਅਰਬ ਦੇ ਨਾਲ ਸਿੰਬੋਲਿਕ ਮਿਲਾਉਣ ਦਾ। ਇਜ਼ਰਾਈਲ ਦੇ ਨਤਨਯਾਹੂ ਦੀ ਪਹਿਲਾਂ ਲੁਕਮੀ ਇੱਕ ਮੀਟਿੰਗ ਹੋਈ ਮੁਹੰਮਦ ਬਿਨ ਸਲਮਾਨ ਨਾਲ ਸਾਊਦੀ ਅਰਬ 'ਚ, ਪੋਂਪੀਓ 'ਚ ਹੋਇਆ। ਮੋਰੋਕਨ ਮਿਲਾਤੇ ਜੀ, ਆਹ ਮਿਲਾਤੇ, ਬਹਿਰੀਨ ਵਾਲੇ ਮਿਲਾਤੇ, ਜਿਹੜੇ ਪਪਟ ਸੀ, ਜਿਹੜੇ ਅਮਰੀਕਨ ਪਪਟ ਸਟੇਟਸ ਨੇ, ਉਹਨਾਂ ਨੇ ਤਾਂ ਮਿਲਣਾ ਹੀ ਹੈ। ਪਰ ਬਾਈਡਨ ਨੇ ਬਹਿੰਦਿਆਂ ਸਾਰ ਉਹ ਰਿਪੋਰਟ ਦਾ ਜਾਰੀ ਕਰਨਾ, ਜਿਸ ਮੁਹੰਮਦ ਬਿਨ ਸਲਮਾਨ ਦਾ ਸਿੱਧਾ ਹੱਥ ਪੈਂਦਾ ਖਸ਼ੋਗੀ ਦੇ ਕਤਲ ਦੇ ਵਿੱਚ। ਉਹ ਸਿੰਬੋਲਿਕ ਲੱਗ ਰਿਹਾ ਬਈ ਇਹ ਬਾਈਡਨ ਨੇ ਬਾਹਲਾ ਸੂਤ ਨਹੀਂ ਰਹਿਣਾ, ਇਹਨਾਂ ਨੇ ਕਿਤੇ ਨਹੀਂ ਜਾਣਾ। ਬਿਲੀਅਨਸ ਆਫ ਡਾਲਰਾਂ ਦੇ ਜਿਹੜੇ ਹਥਿਆਰ ਵਿਕਣੇ ਨੇ, ਹਥਿਆਰ ਵੇਚਣ ਵਾਲੀਆਂ ਕੰਪਨੀਆਂ ਕੰਟਰੋਲ ਕਰਦੇ ਆ ਵਾਸ਼ਿੰਗਟਨ DC ਨੂੰ, ਹਿੱਲ ਨੂੰ, ਕੈਪੀਟਲ ਹਿੱਲ। ਕੁਛ ਨਹੀਂ ਹੋਣਾ, ਕੁਛ ਨਹੀਂ ਚੇਂਜ ਹੋਣਾ। ਉਸ ਖਿੱਤੇ ਦੇ ਵਿੱਚ ਬਹਿਰੀਨ ਦੇ ਵਿੱਚ ਸਭ ਤੋਂ ਵੱਡਾ ਨੈਵਲ ਸਟੇਸ਼ਨ ਹੈ ਜਿਹੜਾ ਏਸ਼ੀਆ ਨੂੰ ਸਾਂਭਣ ਲਈ। ਇਹ ਲੋਕਾਂ ਦੀ ਜ਼ਰੂਰਤ ਹੈ, ਇਹਨਾਂ ਨੂੰ ਅਮਰੀਕਾ ਦੀ ਜ਼ਰੂਰਤ ਹੈ ਆਪਣੇ ਬੰਦੇ ਸ਼ਮਕਾਂ ਨਾਲ ਕੁੱਟਣ, ਇੱਕ ਦੂਜੇ ਦੇ ਪੂਰਕ ਨੇ। 9:57 ਹੋਏ ਆ ਜੀ। ਸੋ ਇਹ ਵੱਡੀ ਜਿਹੜੀ ਖਬਰ ਦੁਨੀਆ ਦੇ ਝਰੋਖੇ ਦੇ ਵਿੱਚੋਂ ਸੀਰੀਆ ਦੇ ਵਿੱਚ। ਹੁਣ ਅਗਲੀ ਗੱਲ ਜਿਹੜੀ ਸੀਰੀਆ ਦੇ ਨਾਲ ਇਰਾਕ ਦੇ ਵਿੱਚ ਪੋਪ ਜਾ ਕੇ ਆਇਆ। ਪੋਪ ਉੱਥੇ ਦੇ ਕ੍ਰਿਸਚੈਨਿਟੀ ਨੂੰ ਇਡਬਲ ਦੇ ਵਿੱਚ ਦੱਸ ਕੇ ਆਇਆ ਕਿ ਤੁਹਾਡੇ ਤੇ ਜ਼ੁਲਮ ਜਿਹੜਾ ਹੈ, ਜਾਂ ਜ਼ੁਲਮ ਹੁੰਦਾ ਸੀ, ਜਦ ਨਹੀਂ ਕਿਸੇ ਨੇ ਬਚਾਏ, ਜਦ ਕੁੜੀਆਂ ਜਜ਼ੀਦੀਆਂ ਦੀਆਂ ਪਤਾ ਨਹੀਂ ਅੱਧੇ ਤੋਂ ਵੱਧ ਕਿੱਥੇ ਨੇ ਖਪਾ ਦਿੱਤੀਆਂ, ਵੇਚਤੀਆਂ, ਮੰਡੀ ਲੱਗਦੀ। ਤੇ ਹੁਣ ਪੋਪ ਸਾਹਿਬ ਜਾ ਕੇ ਆਏ ਨੇ, ਕਹਿੰਦੇ ਕਾਇਮ ਰਹੋ, ਆਪਣੀ ਕ੍ਰਿਸਚੈਨਿਟੀ ਦੀ ਗੱਲ ਕਰੋ, ਧਰਮ ਆਪਾਂ ਵਧਾਵਾਂਗੇ। ਤੇ ਸੀਰੀਆ ਦੇ ਵਿੱਚ ਵੀ ਹੁਣ ਸਮਝ ਨਹੀਂ ਆਉਂਦੀ, ਸ਼ਾਸਕ ਆ ਜਿਹੜਾ, ਅਸਲ ਸ਼ਾਸਕਾਂ ਦੇ ਪਿੱਛੇ ਨੇ ਜਿਹੜੇ ਨਾ, ਗੱਲ ਉਹ ਉਹਨਾਂ ਦੀ ਵੱਡੀ ਹੈ। ਜੇ ਕਿਸੇ ਦੇਸ਼ ਦੇ ਵਿੱਚ ਦੇਸ਼ ਉੱਜੜ ਰਿਹਾ ਹੋਵੇ, ਸ਼ਾਸਕ ਕਿਵੇਂ ਕੀ ਰਾਜ ਕਰੂਗਾ ਉਹਦੇ 'ਚ? ਹੁਣ ਜਿਹੜੇ ਅਸਾਦ ਨਾਲ ਵਾਈਟ ਵਾਲੇ ਸੀਰੀਆ ਤੇ ਯਮਨ ਜਿਹੜਾ ਉੱਜੜ ਗਿਆ, ਸੀਰੀਆ ਦਾ ਜਿਹੜਾ ਬਹੁਤ ਵੱਡਾ ਇੱਕ ਤਜਰਬੇ ਦੀ ਜਗ੍ਹਾ ਬਣਾ ਦਿੱਤੀ, ਪ੍ਰਯੋਗਸ਼ਾਲਾ ਬਣਾ ਦਿੱਤੀ। ਇੱਥੇ ਡਾਕਟਰ ਜਦ ਕੋਈ ਬਿਮਾਰੀ ਹੋ ਜਾਂਦੀ ਹੈ ਨਾ, ਜਿਹੜੀ
बड़ी घातक होवे शरीर नूं, फिर ਉਹਦਾ शरीर जिवें प्रयोगशाला बनाਉਂਦੇ फार्मास्यूटिकल कंपनियां नवीं नवीं दवाई लिआउंदियां ने, ਉਹਦੇ ਤੇ ਫਿਰ ट्रायल ਕਰਨ ਲੱਗ ਜਾਂਦੇ। सीरिया ਦੇ ਵਿੱਚ ਜਿਹੜਾ ਸਾਰਿਆਂ ਨੇ ਜ਼ੋਰ ਲਾਇਆ, ਲੁਕਮਾ ਜ਼ੋਰ ਲਾ ਲਿਆ, ਕਈਆਂ ਨੇ ਸਾਹਮਣਾ ਲਾ ਲਿਆ। रूस वाले पुतिन ने तो शरेआम ही लाता, कहना भी मैनू नेवल स्टेशन दे दे, तेनू बचा देने, जुगाड़ मेरा फिट कर दे भूमन सागर के आले दुआले इत्थे इस एरिए च। वो कहना लै लो, कोई नेवल स्टेशन सी उत्थे बैठ गया, उन्हें असाद की मदद कर दी। अमरीका ने आईसिस नू दबण दे लई, आईसिस असाद के खिलाफ है, अमरीका भी असाद के खिलाफ है। अमरीका ने कुर्दा की मदद कर दी, कुर्दा ने आईसिस नाल लड़ाई की, नाले असाद नाल लड़ाई। उधर बहुत बहुत पासियों लड़ाई हुई। अरब देशों ने जड़ा मदद, जड़ा हमास ने ते हिजबुल्ला ने, सॉरी हमास का घट है, हिजबुल्ला ने सीधा बहुत मदद की असाद की। मतलब लेबनान का जड़ा एक दो देश, एक लेबनान ते एक ईरान, ये दोने इजराइल नूं बहुत चुभदे आ। बहु गिणती की मैं कदे गल करदा हुंदा है, सिखां दे 1947 के समय किते बहु गिणती नहीं सी। 2 तहसीलां च मोगा ते तरनताਰਨ ਦੇ ਵਿੱਚ 50% मुसलमान सी, 31% हिंदू सी, 16% आपां सी, 47 ਦੇ ਨੇੜੇ सिख सी। ਜਿਹੜੇ इसे निर्णय च ही नहीं पै सके, कहंदे बहु गिणती ਤਾਂ है नहीं, किते कित्थे बैठांगे। इजराइल च बहु गिणती नहीं सी जिद्दण इजराइल बनिया, मुड़ के यहूदी आ गए जद देश बनिया। सिर्फ इस गल तो कि मुगल शासकों के नाल एक सदी का गुरु काल तो लैके एक विरोध रहा मुसलमानों नाल, तान आ मुसलमानों का विरोध। जब वो कहण पाकिस्तान को कहना असीं नहीं बन देना, उन्हां तो डरदे सी। दूजे बन्ने इधरों सोचते सी भी आही देश के विचों अहद करी जांदे, किते महात्मा गांधी जा वड़िया, किते नेहरू जा वड़िया, थोड़े बिना नहीं करते, थोड़े बिना नहीं करते। बहुत मतलब किहो जी सिचुएशन सी उस समय, जिहड़े लीडर सी कौम दे। ते हैरानी की गल है, तुसीं किताबां पढ़ोगे ना पता फिर लगदा, कई बार आपां दोष देण लग जांदे, नहीं सिचुएशन बड़ी बहुत अलग सी, बहुत अलग सी। ते ਇਹਦੇ नाल हुण क्योंकि भू राजनीति दे विच जद गल चलदी है तां नाल मैं तां जोड़ के दसदा कि साडे खाने च पवे भी है की हो की रहा। तो सीरिया दे विच जद इह कुर्दा नूं छड्डता, हुण कुर्दा नूं तुर्की आराम नाल बैठा रहा। जद अमरीका परां होई कुर्दा तो ते अमरीका तुर्की ने कुर्द दब ली। बहुत ज्यादा मंदा, जिहड़ा मंदा नहीं है, उन्हां कोल ऑटोनमस थोड़ा जिहा एरिया भी है, पर कुर्दां दा हाल बहुत माड़ा। आईसिस खत्म हो गई। आईसिस पहला वधदी फुलदी देखी, बगदादी इत्थे तुरिया फिरदा सी। सेम टोकन ते जद लादेन रशिया के खिलाफ लड़िया, मुजाहिद जद बनिया, रौला ही कोई नहीं सी। मुड़ के फिर जब शेख घर नूं आया तो फिर उन्होंने फुंडण दे लई की कुछ होया। हुण जिहड़ी तालिबानां नाल संधि भी बिगड़ रही है, वो बिगड़ रहे ने। वो कहंदे मतलब जिहड़ी चीज कदे भी नहीं सी हो सकती वो हो गई, जिन्हां ते सितंबर 11 तो बाद किन्ने गोले सिੱਟੇ ने। तालिबान मरे ना तो मुड़ के आके वो बह गए टेबल ते, उकने सलवारां पा के ते बास्कटां पाईयां, लड़ समझा के कहंदे आजो बैठिए कर लो गल्लां, टेबल टॉक करदे आ। बंदे कहंदे छड्डो फिर अगे तुरांगे। पर बाइडन उन्हां तो बाद बड़ा कुछ चेंज होना। मतलब सीरिया ते यमन दे विच, इराक भी सारा खत्म है, ढह गया सारा कुछ, मतलब कुछ नहीं है। हाँ, राज जिन्हां दा राज वाले रह गए, वो 100 गनमैन लई अपने तुरे फिरदे ने। बाकी रशिया ने सामभ लिया सीरिया, उन्होंने प्रोटैक्ट किया। लटीका एयर बेस स्टेशन है जिहड़ा सारा ही उहदे कोल है। बाकी जिहड़ा इराक दे विच गोबा ही है, कठपुतली सरकार है, चली जाती है कहानी, ते है कुछ नहीं स्टैबिलिटी। यमन दे विच भी हुण बाइडन वालों कोई बहुत सॉलिड कोई एक्शन उत्थे होना है। जिहड़ी जंगबंदी जिवें लिबिया दे विच हुण करन लग गए, मर गया गदाफी, कढ के स्पन पाइप दे विचों ठोकता उन्होंने, मारता। ते वो अपने देश लिए बहुत चंगा सी बंदा, उसने लिबिया की बहुत तरक्की की। जुल्म उन्हें किया, जुल्म सदाम ने भी किया, पर बहुतात क्योंकि धर्म के नाम से लोग लड़ते हैं, शिया सुन्नी वाला जो चक्कर सी, वो बहुत जी बर्बादी हुई। पर बहुतात लिए जे लिबिया च देखा जाए, लिबिया के
에ਅਰ ਕੰਡੀਸ਼ਨ ਉਹਦੇ ਤੰਬੂਆਂ ਦੇ ਵਿੱਚ ਫਰਾਂਸੀਸੀ, ਇਟਾਲੀਅਨ, ਅਮਰੀਕਨ, ਇੰਗਲੈਂਡ, ਟੋਨੀ ਬਲੇਅਰ ਵਰਗੇ ਬਾਹਰ ਬਹਿੰਦੇ ਸੀ। ਉਹ ਕਹਿੰਦੇ ਕੋਈ ਨਾ ਮਿਲਦੇ ਤੈਨੂੰ ਸਿੱਟਦੇ ਆ। ਇਸਤਰੀ ਹੈ ਅਰਬੀ ਚ ਕਹਿੰਦੇ, ਇਸਤਰੀ ਹੈ ਨਾ, ਉੱਥੇ ਬੈਠੋ ਜਾ ਕੇ, ਪਹਿਲਾਂ ਬੋਤੀ ਚੋਲਵਾ ਦੁੱਧ ਪੀ ਲਵਾਂ ਫਿਰ ਤੈਨੂੰ ਸੱਦਦਾ। ਤੇ ਮੁੜ ਕੇ ਜਿਹੜੀਆਂ ਉਹਦੀਆਂ ਵੀਡੀਓ ਬਣੀਆਂ, ਮਤਲਬ ਵੱਡੀਆਂ ਤਾਕਤਾਂ ਕੁਛ ਵੀ ਦੁਨੀਆ ਦੇ ਵਿੱਚ ਕਰ ਸਕਦੀਆਂ, ਜਿਨ੍ਹਾਂ ਦੇ ਕੋਲ ਜਿਹੜੀ ਪਾਵਰ ਹੈ। ਬਿਗ 6 ਨੇ ਜਿਹੜੇ, ਇਹ ਬਹੁਤ ਕੁਛ ਕਰਨ ਦੇ ਕਾਬਿਲ ਹੈ, ਪਰ ਕਰਦੇ ਉੱਥੇ ਨੇ ਜਿੱਥੇ ਇਹਨਾਂ ਦਾ ਇੰਟਰਸਟ ਹੋ। ਰਜਤਪਾਲ ਸਿੰਘ ਜੀ, ਲਾਈਨ ਨੰਬਰ 4। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਗੱਲ ਪਹਿਲਾਂ ਪਹਿਲੇ ਘੰਟੇ ਵਿੱਚ ਜਿੱਦਾਂ ਆਪਣੇ ਅੱਜ ਇੰਟਰਨੈਸ਼ਨਲ ਵੂਮੈਨਸ ਡੇ ਹੈਗਾ ਆ, ਉਸ ਤੋਂ ਗੱਲ ਸ਼ੁਰੂਆਤ ਕੀਤੀ ਸੀ। ਵਿੱਚ ਮੇਗਨ ਮਾਰਕਲ, ਹੈਰੀ, ਪ੍ਰਿੰਸ ਹੈਰੀ ਤੇ ਸੀਰੀਆ ਤੇ ਆਪਣੇ ਜਲਦੀ ਇਜ਼ਰਾਈਲ, ਸਾਰਿਆਂ ਦੀ ਗੱਲ ਕੀਤੀ। ਹੁਣ ਵੀ ਤੁਸੀਂ ਜਿਹੜੀ ਗੱਲ ਦੱਸ ਰਹੇ ਆ, ਇਹਦੇ ਵਿੱਚ ਜਿੰਨੀ ਹੁਣ ਤੇ ਗੱਲ ਕੀਤੀ ਆ, ਇਹਦੇ ਵਿੱਚ ਗੱਲ ਵਿਚਾਰਨ ਵਾਲੀ ਗੱਲ ਇਹ ਹੈਗੀ ਆ ਤੇ ਇੱਕ ਪਾਸੇ ਮਜ਼ਲੂਮ ਹੈਗਾ ਆ ਤੇ ਦੂਸਰੇ ਪਾਸੇ ਜਿਹੜਾ ਆ ਜ਼ੋਰਾਵਰ ਆ, ਉਹ ਜਿਹੜਾ ਆਪਣੇ ਜ਼ੋਰ ਨਾਲ ਆ ਉਹ ਲੋਕਾਂ ਨੂੰ ਦੱਬਦਾ ਆ ਤੇ ਉਹਨਾਂ ਤੇ ਰਾਜ ਕਰਦਾ, ਉਹਨਾਂ ਦਾ ਐਡਵਾਂਟੇਜ ਚੁੱਕਦਾ ਹੈਗਾ ਆ। ਭਾਵੇਂ ਦੀ ਉਹ ਆਪਣੇ ਇੱਕ ਔਰਤ ਦੀ ਗੱਲ ਲੈ ਲਈਏ ਜਾਂ ਇੱਕ ਬੰਦੇ ਦੀ ਗੱਲ ਲੈ ਲਈਏ, ਗੱਲ ਉੱਥੇ ਜਿੰਨੀ ਦੇਰ ਜਿਹੜਾ ਮਜ਼ਲੂਮ ਆ, ਉਹ ਮਜ਼ਲੂਮ ਜਿਹੜਾ ਆ ਉਹ ਚਿੜੀਆਂ ਤੋਂ ਬਾਜ਼ ਤੜਾਉਣ ਤੇ ਨਹੀਂ ਆਉਂਦਾ, ਆਪਣਾ ਹੱਕ ਲੈਣ ਤੇ ਨਹੀਂ ਆਉਂਦਾ, ਆਪਣੇ ਹੱਕ ਲਈ ਨਹੀਂ ਖੜਦਾ। ਕੋਈ ਕਿਸੇ ਨੂੰ ਕੋਈ ਹੱਕ ਨਹੀਂ ਲੈ ਕੇ ਦੇ ਸਕਦਾ, ਜਿੰਨਾ ਮਰਜ਼ੀ ਸੋਚ ਲਈਏ। ਜਿੱਦਾਂ ਹੁਣ ਤੁਸੀਂ ਅਮਰੀਕਾ ਦੀ ਗੱਲ ਕੀਤੀ ਆ ਜਾਂ ਜਿਹੜਾ ਵੈਸਟਰਨ ਵਰਲਡ ਆ ਜਾਂ ਇਵਨ ਰਸ਼ੀਆ ਆ, ਉਹ ਕਿੱਦਾਂ ਉਹ ਜਿਹੜਾ ਪ੍ਰਟੈਂਡ ਕਰਦਾ ਹੈਗਾ ਵੀ ਅਸੀਂ ਤੁਹਾਨੂੰ ਹੱਕ ਲੈ ਕੇ ਦੇਵਾਂਗੇ, ਪਰ ਉਹਨਾਂ ਦਾ ਇੰਟਰਸਟ ਸਾਫ਼ ਸਾਰੇ ਸਹੀ ਜ਼ਾਹਰ ਹੁੰਦਾ ਆ। ਜਿਹੜਾ ਤਕੜਾ ਬੰਦਾ ਆ, ਜੇ ਕਿਸੇ ਮਜ਼ਲੂਮ ਦੀ ਆ ਕੇ ਹੈਲਪ ਕਰੂਗਾ ਤਾਂ ਉਹ ਇਸੇ ਲਈ ਕਰੂਗਾ ਵੀ ਉਹਨੂੰ ਉਹਦੇ ਵਿੱਚੋਂ ਕੋਈ ਗੇਨ ਹੋਊਗਾ। ਇਸ ਗੱਲ ਨੂੰ ਜਦੋਂ ਅਸੀਂ ਸਮਝ ਜਾਵਾਂਗੇ ਤਾਂ ਫਿਰ ਉਹ ਝਾੜੀ ਦੇ ਵਿੱਚ ਬੈਠਾ ਜਿਹੜਾ ਸਿੰਘ ਆ, ਉਹ ਫਿਰ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਬਣਦੇ ਆ, ਤਾਂ ਫਿਰ ਉੱਥੋਂ ਜਿਹੜਾ ਰਾਜ ਆ ਦਰਜ ਹੁੰਦਾ, ਭਾਵੇਂ ਦੀ ਉਹ ਭਗਤੀ ਹੋਵੇ ਤੇ ਭਾਵੇਂ ਦੀ ਲੌਂਗ ਟਰਮ ਹੋਵੇ। ਹੁਣ ਪੰਜਾਬ ਦੀ ਵੀ ਤੁਸੀਂ ਗੱਲ ਕੀਤੀ ਆ, ਅਸੀਂ ਥੋੜੇ ਸੀਗੇ, ਪਰ ਦੂਸਰੇ ਪਾਸੇ ਜਿਹੜਾ ਪੰਜਾਬ, ਜਿਹੜਾ ਸਿੱਖਾਂ ਦਾ ਰਾਜ ਸੀ, ਉਹਨਾਂ ਦੇ ਜਿਹੜੇ ਸਿਧਾਂਤ ਲੈ ਕੇ ਤੇ ਜਿਹੜਾ ਆਕਸਫੋਰਡ ਯੂਨੀਵਰਸਿਟੀ ਸੈਟਅਪ ਕਰ ਦਿੱਤੀ, ਉਹਦੇ ਬਾਰੇ ਅੱਜ ਚਰਚੇ ਹੋ ਰਹੇ ਆ। ਤੇ ਦੂਸਰੇ ਪਾਸੇ ਜਿਨ੍ਹਾਂ ਨੇ ਉਹ ਜਿਹੜੇ ਪ੍ਰਿੰਸੀਪਲਸ ਦਿੱਤੇ, ਜਿਨ੍ਹਾਂ ਦੇ ਆਧਾਰ ਤੇ ਆਕਸਫੋਰਡ ਬਣ ਰਹੀ ਆ, ਅਸੀਂ ਗੁਲਾਮਾਂ ਵਾਂਗੂ ਇੱਥੋਂ ਉੱਥੇ ਦਰ-ਬਦਰ ਘੁੰਮਦੇ ਫਿਰਦੇ ਆ। ਜਿੱਦਾਂ ਇਜ਼ਰਾਈਲ ਦੀ ਤੁਸੀਂ ਗੱਲ ਕੀਤੀ, ਉੱਥੇ ਬਿਲਕੁਲ ਉਹ ਕੋਈ ਬਹੁਤਾਤ ਨਹੀਂ ਸੀ, ਕੋਈ ਨਹੀਂ ਸੀ, ਸਿਰਫ 7000 ਜਿਹੜੇ ਆ ਜਿਊਸ਼ ਉੱਥੇ ਰਹਿੰਦੇ ਸੀ। ਉਹਨਾਂ ਨੂੰ ਉੱਥੇ ਜਦੋਂ ਰਾਜ ਬਣਾ ਕੇ ਦਿੱਤਾ ਤਾਂ ਉਹਨਾਂ ਨੇ ਆਪਣੇ ਹੱਕਾਂ ਲਈ ਲੜਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਅੱਜ ਦੁਨੀਆ ਨੂੰ ਰਨ ਕਰ ਰਿਹਾ। ਜੇ ਅਸੀਂ ਇਸ ਗੱਲ ਨੂੰ ਸਮਝ ਜਾਵਾਂਗੇ ਤੇ ਤਾਂ ਹੀ ਸਾਡਾ ਕੁਝ ਬਣਨਾ ਹੈਗਾ। ਜੇ ਕਿਸਾਨੀ ਮੋਰਚਾ ਵੀ ਜਿਹੜਾ ਸਾਡਾ ਉੱਥੇ ਲੱਗਾ ਆ, ਸਿਰਫ ਤੇ ਸਿਰਫ ਉੱਥੇ ਅੱਜ ਵਕਤੀ ਤੌਰ ਤੇ ਇੱਕ ਛੋਟੀ ਜਿਹੀ ਮੰਗ ਲੈ ਕੇ ਬੈਠ ਜਾਣਾ ਹੈ, ਉਸੇ ਗੱਲ ਨੂੰ ਹੀ ਜ਼ੋਰ ਲਾਈ ਜਾਣਾ ਵੀ ਸਾਡੀ ਤਾਂ ਆਹ ਹੀ ਮੰਗ ਆ, ਹੋਰ ਸਾਡੀ ਕੋਈ ਮੰਗ ਨਹੀਂ। ਤੇ ਫਿਰ ਜਿੰਨੀ ਦੇਰ ਜ਼ੋਰਾਵਰ ਨੂੰ ਅਸੀਂ ਪਰੇ ਨਹੀਂ ਕਰਦੇ, ਉਨੀ ਦੇਰ ਸਾਡੇ ਹੱਕ ਨਹੀਂ ਮਿਲਣੇ। ਇਸ ਗੱਲ ਨੂੰ ਸਮਝਣ ਦੀ ਲੋੜ ਆ। ਧੰਨਵਾਦ ਆ, ਤੁਸੀਂ ਸਦਾ ਹੀ ਇਹੋ ਗੱਲ ਆ ਕਰਦੇ ਹੈਗੇ ਆ ਕਿ ਢੰਗ ਨਾਲ ਕਦੀ ਕੋਈ ਗੱਲ ਲਿਆ ਕੇ ਕਦੀ ਕੋਈ ਗੱਲ ਲਿਆ ਕੇ, ਜੇ ਅਸੀਂ ਇਹਨਾਂ ਗੱਲਾਂ ਨੂੰ ਨਾ ਸਮਝਿਆ ਤੇ ਵਕਤ ਜਿਹੜਾ ਆ ਉਹ ਲੰਘੀ ਜਾਂਦਾ ਆ। ਫਿਰ ਸਾਡਾ, ਅਸੀਂ ਇਸ ਧਰਤੀ ਤੇ ਚੱਲ ਜਾਣਾ, ਅਸੀਂ ਕੁਛ ਨਹੀਂ ਕੀਤਾ ਤੇ ਫਿਰ ਉਹ ਸਾਡਾ ਇੱਥੇ ਆਉਣਾ ਅਸਫਲ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਇੱਕ ਗੀਤ ਤੁਹਾਨੂੰ ਸੁਣਾਉਣਾ, ਉਹਦੇ ਬਾਅਦ ਅੰਤਰਰਾਸ਼ਟਰੀ ਨਾਰੀ ਦਿਵਸ ਤੇ ਗੱਲਬਾਤ ਕਰਾਂਗੇ। ਸੇਠੀ ਹਰਖੋਵਾਲੀਆ ਮੁੰਡਾ ਇੱਕ ਕਬੱਡੀ ਦਾ, ਦੋ ਭਾਈ ਨੇ ਹਰਖੋਵਾਲੀਏ ਜਿਹੜੇ ਕਬੱਡੀ ਖੇਲਦੇ ਆ। ਸੇਠੀ ਰੇਡ ਕਰਦਾ ਹੈ ਤੇ ਉਹ ਉਸਨੇ ਲੱਕੀ ਹਰਖੋਵਾਲੀਏ ਦੇ ਥੱਲੇ ਗਾਉਣਾ ਸ਼ੁਰੂ ਕੀਤਾ। ਹੁਣ ਲੋਕਲ ਜਿੰਨਾ ਵੀ ਟੈਲੈਂਟ ਆ ਸਾਡਾ, ਲੋਕਲ ਜਿਹੜੇ ਮੁੰਡੇ ਗਾਉਂਦੇ ਆ, ਮੇਰੇ ਮਨ 'ਚ ਹੁੰਦਾ ਵੀ ਚਲੋ ਇਹਨਾਂ ਦੀ ਗੱਲਬਾਤ ਯਾਰ ਹੋਣੀ ਚਾਹੀਦੀ ਹੈ। ਗੀਤ ਸ਼ੁਰੂ ਦੇ ਵਿੱਚ ਜਿਵੇਂ ਵੀ ਲੋਕ ਗਾਉਂਦੇ ਆ, ਉਹਦੇ ਬਾਅਦ ਗਾਉਣ ਲੱਗ ਜਾਂਦੇ ਆ। ਸਾਰੇ ਹੌਲੀ ਹੌਲੀ ਇੱਥੋਂ ਹੀ ਸਿੱਖਦੇ ਆ। ਬਹੁਤਿਆਂ ਨੇ ਜਾ ਕੇ ਸਿੱਖ ਕੇ ਪੰਜਾਬ ਦੇ ਵਿੱਚ ਜਾ ਕੇ ਉਸਤਾਦ ਧਾਰ ਲਏ, ਉਹ ਵੀ ਇਹੀ ਰਾਹਾਂ 'ਚ ਹੀ ਲੰਘਿਆ। ਲੱਕੀ ਹਰਖੋਵਾਲੀਏ ਨੇ ਇੱਕ ਨਵਾਂ ਗੀਤ ਜਿਹੜਾ ਗਾਇਆ,
ਉਹ ਮੈਂ ਤੁਹਾਨੂੰ ਸੁਣਾਉਣਾ। ਗਿੱਲ ਅਰਮਾਨ ਨੇ, ਮੰਗਲ ਗਿੱਲ ਨੇ ਲਿਖਿਆ, ਗਗਨ ਵਡਾਲੀ ਦਾ ਮਿਊਜ਼ਿਕ ਹੈ ਤੇ ਸਿਮਰਨ ਗਿੱਲ ਨੇ ਇਹਦੀ ਵੀਡੀਓ ਬਣਾਈ ਹੈ ਤੇ ਫ੍ਰੀ ਬਰਡਸ ਮਿਊਜ਼ਿਕ ਵੱਲੋਂ ਆਇਆ ਹੈ। ਉਹ ਕਈ ਵਾਰ ਸਿੱਠੀ ਫਿਰ ਉਲਾਂਭਾ ਦਿੰਦਾ ਜੀ, ਸਾਡੇ ਗੀਤ ਲੋਕਲ ਤੁਸੀਂ ਟੈਲੈਂਟ ਤੇ ਗਾਉਂਦੇ ਨਹੀਂ, ਮੈਂ ਕਬੱਡੀ ਇੰਨੀ ਵਧੀਆ ਖੇਲਦਾ, ਤੁਸੀਂ ਕਬੱਡੀ ਦੀ ਗੱਲ ਕਰਦੇ ਹੋ, ਮੇਰੇ ਗੀਤਾਂ ਦੀ ਤੁਸੀਂ ਗੱਲ ਕਰ। ਲੱਕੀ ਹਰਖੋਵਾਲੀਏ ਦਾ ਗੀਤ ਤੁਹਾਡੇ ਸਨਮੁਖ, ਲੇਖਾਂ ਵਿੱਚ ਜੱਟ। ਉਹਦੇ ਬਾਅਦ ਫੇਰ ਆ ਕੇ ਖਬਰਾਂ ਐਡਵਰਟਾਈਜ਼ਮੈਂਟ ਦਾ ਬ੍ਰੇਕ ਲੈ ਕੇ ਫਿਰ ਅੱਜ ਰੀਅਲਿਸਟਿਕਲੀ ਅਸਲ ਧਰਤ ਤੇ ਵਜੂਦ ਦੇ ਵਿੱਚ ਔਰਤ ਦਾ, ਇਸਤਰੀ ਦਾ, ਨਾਰੀ ਦਾ, ਮਹਿਲਾ ਦਾ ਸਥਾਨ ਸਾਡੇ ਭਾਈਚਾਰੇ 'ਚ ਕੀ ਹੈ, ਜਿਹੜਾ ਕੁਛ ਅਗਾਂਹ ਵਧੂ ਰੋਲ ਨਿਭਾ ਰਹੀਆਂ ਇਸਤਰੀਆਂ ਨੇ, ਉਹ ਉਹਨਾਂ ਦੇ ਪ੍ਰਪੇਖ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਸੋਚਣੀ ਕਿੱਧਰ ਨੂੰ ਲੈ ਕੇ ਚੱਲੀ, ਕੀ ਉਹ ਸਾਰੇ ਇਸ ਸਮਾਜ ਨੂੰ ਸੁਤੰਤਰ ਕਰਨ ਤੇ ਉਹਨੂੰ ਸਮਝਾਉਣ ਦਾ ਕੋਈ ਯਤਨ ਹੈ, ਜਾਂ ਉਹ ਵੀ ਉਹਦੇ ਵਿੱਚੋਂ ਹੀ ਵੀ ਇੱਕ ਇਸ ਅਨੁਪਾਤ ਦੇ ਵਿੱਚ ਦੇਖੋ ਜੀ ਇਸਤਰੀਆਂ ਘੱਟ ਨੇ, ਬੰਦੇ ਵੱਧ ਨੇ, ਇਹਨੂੰ ਸਾਨੂੰ ਜਗ੍ਹਾ ਮਿਲੇ, ਨੌਕਰੀ ਦੀ ਜਗ੍ਹਾ ਮਿਲੇ, ਸਾਨੂੰ MP MLA ਬਣਾਓ, ਉਹ ਵੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਝਲਕਦਾ। ਇਕੁਐਲਿਟੀ ਦੀ ਗੱਲ ਜਿਹੜੀ ਆ, ਬਰਾਬਰਤਾ ਮਰਦ ਤੇ ਇਸਤਰੀ ਦੀ ਹੈ, ਉਹਦੇ ਵਿੱਚ ਨੈਕਸਟ ਜਿਹੜੀ ਹੁੱਕ ਹੈ ਉਹ ਹੁੱਕ ਦੀ ਗੱਲ ਨਾਲ ਹੋਣੀ ਚਾਹੀਦੀ, ਕਿਉਂਕਿ ਜਾਂ ਛਲਾਵੇ 'ਚ ਅਸੀਂ ਰੱਖਦੇ ਨਾ ਕਿਸੇ ਚੀਜ਼ ਨੂੰ, ਕੋਈ ਚੀਜ਼ ਨੂੰ, ਉਹ ਛਲਾਵਾ ਨਹੀਂ ਠੀਕ। ਰੀਅਲਿਸਟਿਕਲੀ ਧਰਤ ਤੇ ਵਜੂਦ ਦੇ ਵਿੱਚ ਇਸਤਰੀ ਬਰਾਬਰ ਕਿਵੇਂ ਆ ਸਕਦੀ। ਪਿਛਲੇ ਦਿਨੀ ਰਵੀ ਗਰੇਵਾਲ ਨੇ ਵੀ ਗਾਇਆ ਮੁੰਡੇ ਨੇ, ਤੇ ਜਿਹੜਾ ਲਿਖਦਾ ਬਹੁਤ ਵਧੀਆ ਹੈ ਪਰਮ ਧਾਲੀਵਾਲ ਹੁਣੀ ਵੀ ਲਿਖਦੇ ਸੀ, ਉਹਨਾਂ ਨੇ ਵੀ ਗਾਉਣਾ ਸ਼ੁਰੂ ਕੀਤਾ। ਕੇਸਰੀ ਗੀਤ ਇੱਕ ਪਰਮ ਧਾਲੀਵਾਲ ਦਾ ਹੋਰ ਨਵਾਂ ਆ ਰਿਹਾ। ਉਹ ਇਹ ਸ਼ਾਬਾਸ਼, ਜਿੱਥੋਂ ਲਿਖਣ ਦੀ ਗੱਲ ਨਹੀਂ ਹੈ, ਗੱਲ ਇਹ ਹੈ ਕਿ ਕਮਿਊਨਿਟੀ ਲਈ ਕੰਮ ਕਰਨ ਵਾਲੇ ਜਿਹੜੇ ਬੰਦੇ ਨੇ, ਗੱਲ ਸਤਿਕਾਰ ਉਹਨਾਂ ਦਾ। ਜਾਂ ਕਿਸੇ ਨੇ ਨਾਮ ਨਾ ਕਬੱਡੀ 'ਚ ਖੱਟਿਆ, ਪਰਮ ਧਾਲੀਵਾਲ ਕਮਿਊਨਿਟੀ ਦੇ ਲਈ ਕੰਮ ਕਰਦਾ। ਪਰਮ ਦੀ ਬੇਟੀ ਸਫਾਈ ਲਈ ਕੀਪ ਜਿਹੜੀ ਕੈਨੇਡਾ ਕਲੀਨ, ਜਾਂ ਕੌਮ ਦੇ ਸ਼ਾਨਾ ਮੱਤੇ ਇਤਿਹਾਸ ਲਈ ਰਵੀ ਗਰੇਵਾਲ ਬਹੁਤ ਵਧੀਆ ਲਿਖਦਾ। ਸੋ ਗੱਲ ਇਹ ਹੈ ਵੀ ਸਾਨੂੰ ਇਹਨਾਂ ਦੇ ਨਾਲ ਜਦ ਕੋਈ ਸਾਂਝੇ ਤੌਰ ਤੇ ਕੰਮ ਕਰਦੇ, ਇਹਨਾਂ ਦੀ ਨਾਲ ਸਤਿਕਾਰ ਦੇਣਾ ਚਾਹੀਦਾ। ਅੱਜ ਅੰਤਰਰਾਸ਼ਟਰੀ ਔਰਤ ਦਿਵਸ ਹੈ, ਮਹਿਲਾ ਦਿਵਸ ਹੈ, ਨਾਰੀ ਦਿਵਸ ਹੈ, ਅਲੱਗ-ਅਲੱਗ ਨਾਮ ਨੇ। ਇੰਟਰਨੈਸ਼ਨਲ ਵੂਮਨ ਡੇ ਹੈ। ਤੇ ਹੁਣ ਇਹਦੇ ਕਈ ਪੱਖ ਨੇ। ਦਿਨ ਆਪਾਂ ਸੈੱਟ ਕਰ ਦਿੰਦੇ ਆ, ਬਹੁਤ ਦਿਨ ਨੇ, ਅਲੱਗ-ਅਲੱਗ ਫੁੱਲਾਂ ਦੇ ਦਿਨ ਨੇ, ਮਰਦਾਂ ਦੇ ਦਿਨ ਨੇ। ਪ੍ਰੋਸਟੇਟ ਤੋਂ ਕਰਨ ਲਈ ਨਵੰਬਰ ਨੂੰ ਮੁੱਛਾਂ ਵਾਲਾ ਦਿਨ ਮਨਾਓ, 1 ਮਹੀਨਾ ਮਨਾਈ ਜਾਂਦਾ, ਮੁੱਛਾਂ ਰੱਖ ਲੈਂਦੇ ਨੇ ਕਈ। ਤੇ ਇਹਦੇ ਤੇ ਹੁਣ ਬਰਾਬਰਤਾ ਦੀ ਗੱਲ ਦੁਨੀਆ ਵੇਖਦੀ ਸੀ ਜਿੱਦਣ ਮੇਗਨ ਦਾ ਵਿਆਹ ਹੋਇਆ, ਬੱਲਾ 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 ਕਿੱਡੀ ਗੱਲ ਹੋ ਗਈ। ਅਸੀਂ ਜਿਹੜੇ ਸਮਾਜ ਦੇ ਵਿੱਚੋਂ ਆਏ ਆ, ਜਿੱਥੋਂ ਆਪਾਂ ਵੱਡੇ ਹੋ ਗਏ ਆ, ਜਿੱਥੇ ਆਪਾਂ ਰਹਿ ਰਹੇ ਆ, ਤੁਸੀਂ ਜਗ੍ਹਾ ਹੀ ਬਦਲੀ ਆ, ਧਰਤੀ ਬਦਲੀ ਆ, ਕੋਈ ਸਾਡਾ ਜ਼ਿੰਦਗੀ ਜਿਉਣ ਦਾ ਤਰੀਕਾ ਤਾਂ ਨਹੀਂ ਬਦਲਿਆ। ਜੇ ਤੁਸੀਂ ਕਹੋ ਜਿਹੜੇ ਪਿੰਡ 'ਚ ਮੈਂ ਜੰਮਿਆ ਉਹ ਜੇ ਮੈਂ ਇੱਥੇ ਰਹਿਣਾ, ਕੋਈ ਫਰਕ ਨਹੀਂ, ਨਾ ਖਾਣ ਦਾ, ਨਾ ਪੀਣ ਦਾ, ਨਾ ਪਹਿਨਣ ਦਾ। ਆਬੋ ਹਵਾ ਬਦਲ ਗਈ, ਗੱਡੀਆਂ ਚਲਾਉਣ ਨੂੰ ਮਿਲ ਗਈਆਂ, ਘਰ ਮਿਲ ਗਏ, ਬਸ। ਹੋਰ ਤਾਂ ਕਿਸੇ ਪਾਸੇ ਕੋਈ ਬਦਲਾਅ ਤਾਂ ਆਇਆ ਨਹੀਂ। ਹਾਂ, ਜਿਹੜੀਆਂ ਚੀਜ਼ਾਂ ਉੱਥੇ ਇੰਪੋਸੀਬਲ ਸੀ ਉਹ ਪੋਸੀਬਲ ਹੋ ਗਈਆਂ ਇੱਥੇ, ਜਿੰਨੇ ਕੁ ਆ ਗਏ। ਬਾਕੀ ਤਾਂ ਨਾਲ ਦਾ 2 ਕਰੋੜ ਉੱਥੇ ਹੀ ਬੈਠਾ, 20 ਮਿਲੀਅਨ 22 ਮਿਲੀਅਨ। ਹੁਣ ਉਹਦੇ 'ਚ ਕੀ, ਔਰ ਜਿਨ੍ਹਾਂ 'ਚ ਆ ਕੇ ਬੈਠੇ ਆ, ਜੇ ਤੁਸੀਂ ਇੱਥੇ ਗੱਲ ਕਰਦੇ ਹੋ ਨਾ ਬਈ ਇਹ ਇੱਥੇ ਬਰਾਬਰਤਾ ਹੈ, ਇੱਥੇ ਜਿਹੜੀ ਕਹਾਣੀ ਹੈ, ਪਾ ਕੇ ਤਾਂ ਦੇਖੋ ਮਾੜਾ ਜਿਹਾ RCMP ਦਾ ਵੇਖੋ, ਮਿਲਟਰੀ ਦਾ ਪਾ ਕੇ ਵੇਖੋ, ਬਣਦਾ ਕੀ ਆ ਉੱਥੇ। ਕਿਤੇ ਤੁਸੀਂ ਗਵਰਨਮੈਂਟ ਆਫਿਸ ਦੇ ਵਿੱਚ, ਪੁਲਿਸ ਦੇ ਵਿੱਚ, ਮਿਲਟਰੀ ਦੇ ਵਿੱਚ, ਤੇ ਗਵਰਨਰ ਜਨਰਲ ਸਾਹਿਬਾ ਹੁਣੇ ਨਿਕਲੀ ਆ ਬੇਆਬਰੂ ਹੋ ਕੇ, ਉਹਨੇ ਇਸਤਰੀਆਂ ਦਾ ਜਿਹੜਾ ਉੱਥੇ ਮਤਲਬ ਹਸ਼ਰ ਕੀਤਾ, ਉਹਨੂੰ ਪੁੱਛ ਕੇ ਵੇਖੋ। ਨਾਲੇ ਵਰਲਡ ਨੋਨ ਪੜ੍ਹੀ ਲਿਖੀ ਲੇਡੀ ਤੇ ਐਸਟਰੋਨੌਟ, ਤੇ ਉਹਨਾਂ ਦਾ ਜਦ ਇਹ ਜੰਗਾਲ ਆ ਜਿਹੜਾ ਦਿਮਾਗ ਚੋਂ ਨਹੀਂ ਨਿਕਲਿਆ, ਤੁਸੀਂ ਮੈਂ ਕੌਣ ਆ। ਅਸੀਂ ਸਿੰਬੋਲਿਕ ਕਰਦੇ ਫਿਰਦੇ ਹਾਂ, ਸਿੰਬੋਲਿਕ ਬੋਲਦੇ ਫਿਰਦੇ ਹਾਂ,
ਇੰਟਰਵਿਊਆਂ ਹੋਣਗੀਆਂ ਸਵੇਰ ਤੋਂ ਲੈ ਕੇ ਆਥਣ ਤੱਕ, ਦੱਸੋ ਜੀ ਫਿਰ ਕਿਵੇਂ ਸਤਿਕਾਰ ਕਾਇਮ ਰਹਿ ਸਕਦਾ ਹੈ, ਆਹ ਹੋ ਸਕਦਾ ਹੋ ਸਕਦਾ। ਕਦੇ ਆਪਣੀ ਕੋਠੀ ਜਿਹੜੀ ਅੰਦਰ ਹੈ ਉਹਦੇ ਵਿੱਚ ਵੇਖੋ ਤਾਂ ਸਹੀ ਵੀ ਕਿੱਥੇ ਆ ਸਤਿਕਾਰ, ਹੈ ਕਿਤੇ ਜ਼ਿੰਦਗੀ 'ਚ? ਘਰ ਦੇ ਤੋਂ ਘਰ ਦਾ ਸਤਿਕਾਰ ਇਸਤਰੀ ਨੂੰ ਅਸੀਂ ਸਮਝਦੇ ਕੀ ਹੈ? ਕੋਈ ਆਪਣੇ ਮਨ 'ਚ ਹੈ ਬਈ ਅਸੀਂ ਇਹਨੂੰ ਕੋਈ ਇੱਜ਼ਤ ਦੇਣੀ ਹੈ? ਜਾਂ ਜੇ ਜੀ ਬਾਹਰ ਕਹਿੰਦੇ ਬਾਹਰ ਇਸਤਰੀ ਜੀ, ਘਰ ਵਾਲੀ ਤੂੰ। ਬਾਹਰ ਘਰੇ ਘਰ ਵਾਲੀ ਬੈਠੀ ਗੋਡਿਆਂ ਤੋਂ ਇਕੱਠੀ ਹੋਈ ਬੈਠੀ, ਉਹਨੂੰ ਟੈਲਨ ਤੇ ਪਾਣੀ ਦਾ ਗਲਾਸ ਦੇਣਾ, ਬਾਹਰ ਵਾਈਨ ਦੇ ਗਲਾਸ ਲਈ ਫਿਰਨਗੇ ਪਿੱਛੇ, ਹੋਰ ਲਿਆਈਏ ਕੁਛ, ਪਰਲੇ ਬੰਨੇ ਬਾਰਬੀਕਿਊ ਹੋ ਰਿਹਾ ਉੱਥੋਂ ਲਿਆ ਕੇ ਦੇਵਾਂ ਗਰਮ ਕੁਛ। ਮਤਲਬ ਗਰਮੈਸ਼ ਦੇ ਲਈ ਹੋਈ ਆਲੇ ਦੁਆਲੇ ਸਾਰਾ ਕੁਛ ਤੁਰਿਆ ਫਿਰ। ਸੋ ਇਹ ਜਿਹੜਾ ਇਹਨੂੰ ਹੁਣ ਤੁਸੀਂ ਸਾਰਾ ਕੁਝ ਸਿੰਬੋਲਿਕ ਹੈ। ਯੂਨਾਈਟਿਡ ਨੇਸ਼ਨ ਜੀ ਤੇ ਅਮਰੀਕਾ ਜੀ, ਕੈਨੇਡਾ ਜੀ, ਇਹ ਵੱਡੇ ਦਿਨ ਨੇ। ਗੱਲ ਹੈ ਹੁਣ ਖਬਰਾਂ ਹੁਣ ਆ ਰਹੀਆਂ ਨੇ ਮਿਲਟਰੀ ਕਮਾਂਡਰਾਂ ਦੀਆਂ, ਐਡਮਿਰਲਸ ਦੀਆਂ ਤੇ ਬੈਂਸ ਦੀਆਂ ਤੇ ਇਹ ਤੇ ਉਹ, ਬਈ ਇਸਤਰੀਆਂ ਦੇ ਨਾਲ ਕੋਈ ਧੱਫੇ ਮਾਰੀ ਜਾਂਦਾ, ਕੋਈ ਕੁਛ ਕਰੀ ਜਾਂਦਾ। ਉਹ KP ਗਿੱਲ ਬੁੱਚੜ ਨੇ ਬਜਾਜ ਦੇ ਧੱਫਾ ਹੀ ਮਾਰਤਾ ਸੀ ਬਈ ਮੈਂ ਸੁਪਰ ਕਾਪ ਪੰਜਾਬ ਦਾ ਮਾਲਕ, ਤੈਨੂੰ ਮੈਂ ਜਿਵੇਂ ਮਰਜ਼ੀ ਕਰਾਂ। ਤੇ ਕਿੰਨੇ ਦੁੱਖ ਜੀ ਉਸ ਇੱਕ IAS ਸੀਨੀਅਰ IAS ਅਫੀਸਰ ਮੀਆਂ ਬੀਵੀ ਦੋਨਾਂ ਨੂੰ ਕਾਹਦੇ 'ਚ ਲੰਘਣਾ ਪਿਆ। ਕਦੇ ਇੰਟਰਵਿਊ ਸੁਣਿਓ ਉਹਨਾਂ ਦੀ ਆ ਕੇ, ਰੂਪਨ ਬਜਾਜ ਦੀ, ਫਿਰ ਪਤਾ ਲੱਗਦਾ ਵੀ ਬਣਿਆ ਕੀ। ਅੱਜ KP ਗਿੱਲ ਹੋਣੀ ਮੁੱਕ ਗਏ ਉੱਥੋਂ? ਨੋ, ਕਿਸੇ MLA ਦੇ ਦੋਸ਼ ਲੱਗ ਗਿਆ, ਮੈਂ ਤੇਰੀ ਜ਼ਮੀਨ ਛਡਾ ਦੂੰ, ਉਹ ਸ਼ੋਸ਼ਣ ਕਰਦਾ। ਕੋਈ ਕਿਸੇ ਨੇ 7 ਮਹੀਨੇ ਹੋ ਗਏ ਮੋਗੇ 'ਚ, ਕਿਸੇ ਨੇ ਉਈਓ ਬੰਧਕ ਬਣਾ ਕੇ ਬੱਚੀ ਰੱਖ ਲਈ ਅੰਦਰ 22 ਸਾਲ ਦੀ 24 ਸਾਲ ਦੀ। ਹਾਥਰਸ ਦੇ ਵਿੱਚ ਕੁੱਤਿਆਂ ਨੂੰ ਤੇ ਬੋਟੀਆਂ ਸਿਰ ਦਿੰਦੇ, ਜੂਦੇ ਸਾੜ ਦਿੰਦੇ ਨੇ। ਤੇ ਇੱਥੇ ਵੀ ਹਾਈਵੇ ਆਫ ਟੀਅਰਸ ਇੱਥੇ ਹੀ ਹੈ, ਕੋਈ ਦੂਰ ਨਹੀਂ ਹੈ। ਪ੍ਰਿੰਸ ਜਾਰਜ ਦੇ ਕੋਲ ਹੀ ਹੈ ਜਿੱਥੋਂ ਮੂਲ ਵਾਸਨਾ ਖਤਮ ਹੋਈਆਂ। ਕੱਢ ਲਿਆ ਕੁਛ ਆਪੇ ਪਿਕਟਨ ਇੱਥੋਂ ਹੀ ਚੱਕ ਕੇ ਈਸਟ ਵਾਲਿਆਂ ਦੇ ਵਿੱਚੋਂ, ਸੂਰਾਂ ਦੇ ਬਾੜੇ ਦੇ ਵਿੱਚ ਖਾਦ ਬਣਾਉਣ ਵਾਲੀ ਮਸ਼ੀਨ ਦੇ ਵਿੱਚ ਦੀ ਸਰੀਰ ਕੱਢਦਾ ਰਿਹਾ। ਬਾਅਦ ਫੜ ਲਿਆ ਵੀ ਇਹਦੇ ਤੇ 20 ਪਾ ਦੋ, ਇਹਦੇ ਤੇ 22 ਪਾ ਦੋ, 24 ਪਾ ਦੋ। ਪਾਉਣ ਵਾਲੇ ਕੌਣ ਨੇ? ਉਹ ਕੌਣ ਨੇ ਜਿਹੜੇ ਪਾ ਰਹੇ ਸੀ? ਕਿ ਉੱਥੇ ਸਤਿਕਾਰ ਹੈ? ਬਰਾਬਰ ਜਿਹੜੀ ਯੂਨੀਫਾਰਮ ਪਾਈ ਖੜੀ ਹੈ ਉਹਦਾ ਸਤਿਕਾਰ ਹੈ ਉੱਥੇ? ਹਾਂ, ਉਹ ਸਿੰਬੋਲਿਕ ਜ਼ਰੂਰ ਹੈ ਬਈ ਸੀਨੀਅਰ ਅਫੀਸਰ ਬਣਾ ਦਾਂਗੇ, ਸਿੰਬੋਲਿਕ ਹੈ। MLA ਬਣਾ ਦਾਂਗੇ, MP ਬਣਾ ਦਾਂਗੇ। ਦੇਖੋ ਜੀ, ਇਹ MLA ਇੱਥੇ ਇਸਤਰੀ ਹੈ, ਇਸਤਰੀ ਜਗ੍ਹਾ ਅਗਲੀ ਵੀ ਇਸਤਰੀ ਉਹ ਆਵੇਗੀ। ਬਸ ਸਿੰਪਲ ਇੰਨੀ ਗੱਲ ਹੈ। ਇਹ ਮੁੱਢ ਕਦੀਮੋ ਅਜ਼ਲਾਂ ਤੋਂ ਜਿਹੜੀਆਂ ਚੀਜ਼ਾਂ ਸੈੱਟ ਹੋਈਆਂ ਨੇ ਉਹਨਾਂ ਨੂੰ ਕਿੱਥੇ ਬਦਲਿਆ ਜਾਊ? ਜੇ ਹੁਣ ਇਦੋਂ ਵੱਧ ਮਨੁੱਖ ਨੇ ਕਿਹੜੀ ਤਰੱਕੀ ਕਰਨੀ ਹੈ? ਜਿੱਥੇ ਹੁਣ ਅੱਜ ਬੈਠਾ ਹੈ, ਬਾਂਦਰ ਤੋਂ ਬੰਦਾ ਬਣ ਗਿਆ ਤੇ ਟਪੂਸੀਆਂ ਮਾਰਨੋਂ ਹਟ ਗਿਆ। ਬਿਨਾਂ ਲਾਲਸਾ ਤੋਂ, ਬਿਨਾਂ ਕਿਸੇ ਭੁੱਖ ਤੋਂ ਮਰਦ ਕਰਦਾ ਇਸਤਰੀ ਨੂੰ ਬਰਾਬਰ ਕਿਸੇ ਪਾਸੇ, ਕਿਸੇ ਇੱਕ ਫੀਲਡ 'ਚ ਲਿਆਓ ਤਾਂ ਸਹੀ ਤੁਸੀਂ। ਉਹਨੂੰ 10 ਵਾਰ ਵੀਰ ਜੀ ਕਹਿਣਾ ਪੈਂਦਾ ਇੱਕ ਵਾਰ ਗੱਲ ਕਰਨ ਲਈ ਵੀ ਦੇਖੀ ਮੈਨੂੰ ਕਿਤੇ ਖਾਤੇ 'ਚ ਨਾ ਪਾ ਲਈ। ਹਾਂਜੀ ਵੀਰ ਜੀ, ਉਹ ਮੈਸੇਜ 'ਚ ਵੀ ਲਿਖੂ, ਜੇ ਬੋਲੂ ਤਾਂ ਵੀ ਲਿਖੂ ਵੀ ਦੇਖੀ ਕਿਰਪਾ ਕਰੀ ਕਿਤੇ ਗਲੇਲ ਨਾ ਮੇਰੇ ਵੱਲ ਨੂੰ ਸਿੱਟਦੀ, ਮੈਂ ਤੈਨੂੰ ਭਾਈ ਦੇ ਤੌਰ ਤੇ ਤੇਰੇ ਨਾਲ ਮੈਂ ਗੱਲ ਕਰ ਰਹੀ ਹਾਂ। ਉਹ ਕਿੱਥੋਂ ਆਇਆ ਸਟਿਗਮਾ? ਕੀ ਭਾਈ ਨੂੰ ਭਾਈ ਲਿਖਣ ਦੀ ਜ਼ਰੂਰਤ ਹੈ ਜੇ ਕਿਤੇ ਉਹਨੂੰ ਜਗ੍ਹਾ ਪਤਾ ਹੋਵੇ ਵੀ ਮੇਰੀ ਜਗ੍ਹਾ ਇੱਥੇ ਮੈਨੂੰ ਮਿਲਣੀ ਹੈ? ਉਹ ਸਿਰਫ ਕਿਉਂਕਿ ਤਜਰਬਾ ਇਹ ਆ ਵੀ ਲਲਕ ਇੰਨੀ ਹੈ ਤੇ ਉਹਨੂੰ 3 ਵਾਰ ਸ਼ੁਰੂ ਦੇ ਵਿੱਚੋਂ ਤੇ ਅਖੀਰ ਦੇ ਵਿੱਚ ਉਹਨੂੰ ਵੀਰ ਜੀ ਵੀਰ ਜੀ ਵੀਰ ਜੀ ਵੀਰ ਜੀ ਕਹਿਣਾ ਪੈਂਦਾ। ਟੱਬਰ ਦੇ ਵਿੱਚ ਜੇ ਕੋਈ ਬਾਹਰਲਾ ਬੰਦਾ ਪਰਿਵਾਰ 'ਚ ਆ ਜਾਵੇ, ਪਰਿਵਾਰ 'ਚ ਘਰ ਵਾਲੇ ਦੇ ਮੂਹਰੇ, ਸੱਸ ਸਹੁਰੇ ਦੇ ਮੂਹਰੇ 7 ਵਾਰ ਉਹਨੂੰ ਵੀਰ ਜੀ ਕਹਿਣਾ ਪਊ। ਕਿਉਂਕਿ ਸਮਾਜ ਉਹ ਜਿਹਾ ਜਿੱਥੇ ਨਾਰੀ ਮਰਦ ਤੇ ਇਸਤਰੀ ਦਾ ਰੂਪ ਆ ਜਿਹੜਾ ਉਹਦਾ ਦੋਨਾਂ ਦਾ ਜਿਹੜਾ ਰਿਲੇਸ਼ਨ ਆ ਉਹ ਇੱਕੋ ਹੀ ਰਿਲੇਸ਼ਨ ਹੈ ਬਸ ਦਿਮਾਗ ਦੇ ਵਿੱਚ, ਹੋਰ ਕੁਝ ਨਹੀਂ ਹੈ ਉਹਦੇ। ਉਹ ਤੀਜੀ ਜਗ੍ਹਾ ਹੀ ਹੈ। ਹੁਣ ਇਹਨੂੰ ਤੁਸੀਂ ਸਵੇਰ ਤੋਂ ਬਣਾ ਲਓ, ਡੁਗਡੁਗੀ ਵਜਾ ਲਓ ਜੀ, ਮੈਨੂੰ ਰਿਪਰੈਜ਼ੈਂਟੇਸ਼ਨ ਜੀ, ਮੈਨੂੰ ਇੱਥੇ ਬਣਾ ਦਿਓ, ਮੈਨੂੰ ਉੱਥੇ ਬਣਾ ਦਿਓ। ਉਹਦੇ ਬਣਾਉਣ ਨਾਲ ਤੁਸੀਂ ਇੰਟਰਨੈਸ਼ਨਲ ਵੂਮਨ ਡੇ ਨੂੰ ਕਿਵੇਂ ਜੋੜ ਰਹੇ ਹੋ? ਮਰਦਾਂ, ਮੰਨ ਲਓ ਮਰਦ ਗੁਲਾਮ ਨੇ ਤੇ ਮੈਂ ਤੁਹਾਨੂੰ ਕਹਿੰਦਾ ਵੀ ਮੈਨੂੰ ਬਣਾ ਦਿਓ ਫਲਾਣੀ ਜਗ੍ਹਾ ਹੈ ਤੇ ਮੈਨੂੰ ਫਲਾਣੀ ਜਗ੍ਹਾ ਭੇਜ ਦਿਓ, ਮੈਂ ਮਰਦਾਂ ਦੀ ਗੁਲਾਮੀ ਚੱਕ ਦੂੰ। ਕਿਵੇਂ ਚੱਕ ਦੂੰਗਾ ਮੈਂ? ਇੱਕ ਪੋਟੇ ਦੇ ਵਿੱਚ ਤਾਂ ਰਸਿਆ ਪਿਆ ਸਾਰਾ ਕੁਝ। ਕਈ ਵਾਰ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਸੀਂ ਉਹ ਰਸਤੇ 'ਚ ਤੁਰਦੇ ਹੋ, ਤੁਹਾਨੂੰ ਪਤਾ ਹੁੰਦਾ ਮੈਂ ਰਸਤੇ ਤੇ ਤੁਰ ਰਿਹਾ ਜਾਂ ਜਿੱਥੋਂ ਤੁਰ ਰਹੀ ਹਾਂ
ਇਹ ਰਸਤਾ ਮੈਂ ਇੱਥੇ ਤੱਕ ਆਇਆ ਕਿਵੇਂ ਜਾਂ ਆਈ ਕਿਵੇਂ। ਪਰ ਫੇਰ ਵੀ ਸਾਨੂੰ ਹੁੰਦਾ ਵੀ ਚੱਲ ਕੋਈ ਨਾ, ਹੁਣ ਇਹ ਤਾਂ ਜਿਹੜਾ ਯੋਗਤਾ ਜਿਹੜਾ ਕਤਲ ਆ ਜਿਹੜਾ ਹੁਣ ਇਹਦਾ ਕੁਛ ਨਾ ਕੁਛ ਬਣਾ ਤਾਂ ਲਈਏਗਾ। ਸੋ ਇਹ ਜਿਹੜੀ ਗੱਲ ਚੱਲ ਰਹੀ ਹੈ ਨਾ, ਤੇ ਤੁਸੀਂ ਮਤ ਦੇ ਹਿਸਾਬ ਨਾਲ ਗੱਲ ਕਰੋ। ਲਿਆਓ ਮੈਨੂੰ ਦੁਨੀਆ ਦਾ ਇੱਕ ਧਰਮ ਜਿਹੜਾ ਕਹਿੰਦਾ ਹੋਵੇ ਵੀ ਬਈ ਇਸਤਰੀ ਸਾਡੇ ਬਰਾਬਰ ਹੈ, ਲਿਆਓ। ਪਸ਼ੂ ਸ਼ੂਦਰ ਢੋਰ ਔਰ ਨਾਰੀ तीनों ताड़न के अधिकारी, किथे लाई हुई है गल। और किड्डा सरमौर तुलसीदास है। लियाओ एक भी जिहदे चलो मैं धर्म मजहब दे विचों मैं उपर उठ के गल करदा, लियाओ जिथे क्या होवे बई इत्थे बराबर है। इक्को ही जगह क्या भी ये बराबरता है, ये पतासे तू लिया के पावेंगी माता ते तां इत्थों ये संपूर्ण हो बराबर। मां बन के इत्थे खीर छकाउणी पैनी है। तेरे पुत ने जिहड़े आप जम्मे हुए ने, ये नहीं जिहड़े आउंदे ने ये भी तेरे पुत ने। जां सारा टब्बर उजाड़ के हथ करके कहा भी आ तेरे बैठे आ, चारां दा ना मैनू पुछ। जे धर्म तो मैं उपर उठ के करा भी धर्म की गल नहीं, मैं ये नहीं कह रहा जिहड़े धर्म च मैं जम्मिया मैं उहनूं प्रमोट कर रहा नहीं, पर सामने पिया इतिहास पिया ना। किस्सा काव्य दे राही असीं उहनूं देख सकते हैं, ना किसी होर धर्म के राही वेख सकते हैं, ना फलसफे जिहड़ा मूहरे पिया उहदा पता लगदा। आउण वाले सिख इतिहास दे विच आउणा गुरु दे महिला ने देखियो जद 9 आउणे ने, पहले पातशाह तो दूसरे तो जद शुरू होने ने, वेखियो उन्हां दी घाल की है पातशाही दी गुरगद्दी दे नाल, किवें मावां ने जिहड़ा किड्डा उन्हां दा रुतबा, किवें माता गुजरी ने गुरु तेग बहादुर साहब नाल बाबे बकाले किवें सेवा की। तो ये मैं मतलब गल जिहड़ी मैं कर रहा, आपां कित्थों इस दिन दे विच आपां पता की करदे आ। मैनूं ये आ भी मैं सेवियर हां तुहाडा, मैं तुहानूं खलजगण तो कढूं, हाँ पर मैनूं तुसीं कोई वो जगह तां दो जित्थों मैं तुहानूं कढ सकां। सिंबॉलिक करन नाल तुसीं कुछ नहीं कर सकते। गल तां इह है भी घर दे विच तुसीं सत्कार दे रहे हो इस्त्री नूं, जिहड़ा तुहाडा घर बन्नण लई बराबर दी जिम्मेवार है। की घर दे विच उहनूं सब पता है भी मैं की कमाया, की कीता, की मेरी कमाई है, की कित्थे कित्थे की मैं सैट कीता है, की असीं उहनूं वरतण वाली चीज 30-35 साल जवाक जल्ले जमते ते बाह फड़ के गया चंगा चाल हुण तू अपना वेख ला जिथे। काहदे लई इस्त्री दे मन दे विच आखिरी उम्र तक ये डर रहिंदा भी मेरा मर्द मैनूं छड्ड ना दे। हाँ वो पहली गल है, जब लाइन टप जाती है फिर उहनूं जिहड़े मर्जी रूप च तुसीं लै जाओ, जद वो चीज तो बाहर हो गई जिहड़ा मर्जी रूप लै लू, विकराल भी हो जू, डैमेजिंग भी हो जू, वो अगाह वधू सोच भी लै जू। पर पहला उहनूं संगल भन्नण लई वो दोबारा भन्नण लई किते इहो जी है क्यों रखना पैंदा हर जगह उहनूं जस्टिफिकेशन देण दे लई। एक मर्द जिहदे नाल विआही होई है, एक मर्द जिहदे नाल उहदी जिंदगी है, एक मर्द जिहदे नाल उहदे बच्चे पैदा होए ने, जद उहदे दौरान वो किसी बाहरले मर्द नूं मिलदी है, उहनूं क्यों हर वक्त ये दिखाउणा पैंदा भी नहीं ये तां मेरा भाई है, क्योंकि उहदे नाल जिहड़ा खड़ा है वो खाने च पाउण नूं तैयार खड़ा है। ते गल करदे असीं इंटरनेशनल वुमेन डे दी, बराबरता दी, सत्कार दी, धर्म दा नवादा भी हो, पूरी तैयारी भी हो, जिवें कीले ते खड़े लख दे हुंदे सारे ही शस्त्र बस्त्र पूरे दिखणगे। पर घर वाली नूं हर वक्त इउं ही देखना भी ये घरों गई नहीं ते बस स्यापा पिया नहीं। ये नहीं मैं ये नहीं कहता सारे ऐ सोचते, पर ये चीज थोड़ी कम्यूनिटी चल रही है ना, बिना किसी चलण तो उन्होंने कहना नहीं पैंदा क्यों इनसिक्योर फील करती है मुड़ मुड़, क्योंकि उन्होंने पता भी दूषण लाउण उन्हें बिंद लाउण। मैं तो इनू दिन नूं यही कहना भी पहला घर चों तां शुरू कर लो, जिहड़ी थोड़ी 4 कंधां ने उत्थों तां सत्कार देना शुरू कर लो। धी ध्यानी नूं आपां 4-5 दिन 5 हफ्ते इकट्ठे लाए जद पिछले दिनी पिछले साल अपनी केयर वर्कर बेचारियां कुड़ियां होम केयर होम सपोर्ट वालियां इत्थे ही सी फिरदियां सी
2 ਘੰਟੇ ਲਾ ਲਾ, 5 ਘੰਟੇ ਬਹਿ ਜਾ, 2 ਲਾ ਲਾ, ਫਿਰ 5 ਘੰਟੇ ਲਾ ਲਾ, 20-12 ਘੰਟੇ, 14 ਬਾਹਰ ਘਰ ਤੋਂ 4 ਘੰਟੇ। ਤੇ ਕਿਹਨੂੰ ਨਹੀਂ ਸੀ ਪਤਾ? ਸਿਸਟਮ ਨੂੰ ਨਹੀਂ ਸੀ ਪਤਾ ਜਾਂ ਮੀਡੀਆ ਨੂੰ ਨਹੀਂ ਸੀ ਪਤਾ? ਮੋਢਿਆਂ ਦੇ ਜਿਨ੍ਹਾਂ ਨੇ ਗੁਰਜ ਰੱਖੇ ਹੋਏ ਨੇ ਲੱਗ ਜਾਂਦੇ ਨੇ ਸਵੇਰ ਤੋਂ ਸੁਣਾਉਣ, ਤੇ ਸ਼ਬਦ ਬਹੁਤ ਵਧੀਆ ਇਹਨਾਂ ਨੂੰ ਬੋਲਣੇ ਆਉਂਦੇ ਨੇ। ਇਹਨਾਂ ਨੂੰ ਪਤਾ ਨਹੀਂ ਵੀ ਸਮਾਜ 'ਚ ਕੀ ਹੋ ਰਿਹਾ, ਜਾਂ ਇਹਨਾਂ ਦਾ ਰੂਪ ਕਦੇ ਕੋਈ ਰਿਕਾਰਡਿੰਗ ਕਰ ਲਵੇ ਜਾਂ ਘੁੱਟ ਲਾਈ ਹੋਈ ਹੈ, ਫਿਰ ਤੁਸੀਂ ਗਜ਼ਲਾਂ ਤੇ ਸ਼ੋਸ਼ੇ ਸੁਣਿਓ, ਫਿਰ ਪਤਾ ਲੱਗਦਾ ਵੀ ਗੱਲ ਕਿੱਥੇ ਖੜੀ। ਹਰ ਉਮਰ, ਕੋਈ ਉਮਰ ਨਹੀਂ, ਕੋਈ ਦਰਦ ਨਹੀਂ, ਕੋਈ ਇੱਜ਼ਤ ਸਮਾਂ ਨਹੀਂ ਹੈ ਵੀ ਮੈਂ 50+ ਹੈ, ਜੇ 20 ਸਾਲ ਦੀ ਕੋਈ ਧੀ ਧਿਆਣੀਆਂ ਮੇਰੀ ਧੀਆਂ ਦੇ ਬਰਾਬਰ ਹੈ। ਨੋ, ਬਸ ਜਿਹੜਾ ਭੇੜੀ, ਜਿਹੜੇ ਬਘਿਆੜ ਨੂੰ ਲਾਲਾਂ ਡਿੱਗਦੀਆਂ ਬਰਾਸਾਂ ਚੋਂਦੀਆਂ ਨੇ, ਉਹ ਤਾਂ ਪਹਿਲਾਂ ਰਮਾਲ ਨਾਲ ਮੂੰਹ ਮੰਨ ਜਾਂ ਬੰਨ ਲਓ, ਫਿਰ ਅਸੀਂ ਗੱਲ ਕਰ ਲਈਏ। ਕਿਵੇਂ ਨਿਕਲੋਗੇ ਤੁਸੀਂ ਇਸ ਸਮਾਜ ਦੇ ਵਿੱਚੋਂ? ਕਿਹੜਾ ਇੰਟਰਨੈਸ਼ਨਲ ਵੂਮਨਸ ਡੇ ਤੇ ਕਿਹੜੀ ਬਰਾਬਰਤੀ ਦੀ ਗੱਲ ਤੁਸੀਂ ਡਮਰੂ ਵਜਾਉਣ ਲੱਗੇ ਹੋਏ ਆ? ਅਸੀਂ ਕਿਹੜੀ ਗੱਲ ਕਰਦੇ ਆ? ਅਸੀਂ ਹੈ ਸਾਡਾ ਸਤਿਕਾਰ ਧਰਮ ਦੇ ਵਿੱਚ, ਨਾਲੇ ਜਿਹਦੇ 'ਚ ਅਸੀਂ ਜੰਮਿਆ, ਸਿੰਘ ਲਾਇਆ, ਪਿੱਛੇ ਗੋਤ ਲਾਇਆ, ਉਹ ਧਰਮ ਦੇ ਵਿੱਚੋਂ ਕਹਿੰਦਾ ਕੀ ਆ ਬਾਪੂ? ਦਿਲ ਸਾਹਿਬ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਦੇਖੋ, ਮੈਨੂੰ ਲੱਗਦਾ ਵੀ ਚਲੋ ਅਸੀਂ ਤਾਂ ਇਹਨੂੰ ਔਰਤ ਦਿਵਸ ਕਹਿ ਲਓ, ਜਾਂ ਆਪਾਂ ਜਿੱਦਾਂ ਕਿ ਬੰਦਿਆਂ ਦਾ ਦਿਨ ਹੁੰਦਾ ਆਪਾਂ ਤੀਵੀਂ ਕਹਿ ਦਿੰਦੇ ਆ, ਜਾਂ ਬੀਬੀਆਂ ਆਪਣੇ ਕਹਿ ਦਿੰਦੇ ਆ। ਇਹਦੇ ਕਈ ਪੱਖ ਆ। ਮੈਨੂੰ ਤਾਂ ਲੱਗਦਾ ਵੀ ਜਿਹੜਾ ਜ਼ਿਆਦਾਤਰ ਜਿਹੜਾ ਕਮਰਸ਼ੀਅਲ ਐਂਗਲ ਹੀ ਪ੍ਰਚਾਰਿਆ ਜਾ ਰਿਹਾ, ਜਿਹੜਾ ਹੁਣ ਸਮਾਜ ਦੇ ਵਿੱਚ ਆ ਖਾਸ ਕਰਕੇ, ਕਿਉਂਕਿ ਇੱਕ ਇਸ ਤਰ੍ਹਾਂ ਪ੍ਰਚਾਰਿਆ ਗਿਆ ਜੇ ਜ਼ਿਆਦਾ ਮਾਡਰਨ 20ਵੀਂ ਸਦੀ ਤੋਂ ਬਾਅਦ ਬੀਬੀਆਂ ਨੂੰ ਏਦਾਂ ਤੀਵੀਆਂ ਨੂੰ ਪੇਸ਼ ਕੀਤਾ ਗਿਆ ਵੀ ਜਿਹੜੀਆਂ ਤਾਂ ਬੀਬੀਆਂ ਘਰੇਲੂ ਆ ਉਹ ਗੁਲਾਮ ਆ, ਤੇ ਜਿਹੜੀਆਂ ਮੰਨ ਲਓ ਕੋਈ ਨੌਕਰੀ ਲੈ ਕੇ ਕੋਈ ਵੱਡੀ ਪਦਵੀ ਹਾਸਲ ਕਰ ਲਵੇ ਉਹ ਆਜ਼ਾਦ ਆ। ਜਦ ਕਿ ਮੈਂ ਇਹਦਾ ਮੁਕਾਬਲੇਬਾਜ਼ੀ ਨਹੀਂ ਕਰਦਾ, ਜਦ ਕਿ ਮੁਕਾਬਲੇਬਾਜ਼ੀ ਚੋਂ ਬਾਹਰ ਹੋਣੀਆਂ ਚਾਹੀਦੀਆਂ ਚੀਜ਼ਾਂ। ਸਾਡੀਆਂ ਬੇਸ਼ੱਕ ਮਾਵਾਂ ਆ, ਸਾਡੀਆਂ ਘਰ ਵਾਲੀਆਂ, ਉਹ ਬੇਸ਼ੱਕ ਘਰੇ ਰਹਿ ਕੇ ਸਾਡਾ ਪਰਿਵਾਰ ਦਾ ਕੰਮਕਾਰ ਕਰਦੀਆਂ, ਸਾਡੇ ਲਈ ਤਾਂ ਉਹ ਵੀ ਉਨੀਆਂ ਹੀ ਮੰਨ ਲਓ ਸਤਿਕਾਰ ਦੀਆਂ ਪਾਤਰ ਆ। ਹੁਣ ਜੇ ਕੋਈ ਮੇਰਾ ਕਹਿਣ ਤੋਂ ਭਾਵੇਂ ਵੀ ਇੱਕ ਮੰਡੀ ਦੇ ਤੌਰ ਤੇ ਵੱਧ ਦੇਖਣ ਨੂੰ ਮਿਲਿਆ ਆ ਵੀ ਜਿਸ ਤਰ੍ਹਾਂ ਵੀ ਉਹ ਮੰਨ ਲਓ ਜਿੱਦਾਂ ਪਹਿਲਾਂ ਜਦੋਂ ਇਹ ਕਲੋਨਿਜ਼ਮ ਚੱਲਿਆ, ਸਿਸਟਮ ਮੰਨ ਲਓ ਇੰਡਸਟਰੀ ਚੱਲਿਆ, ਪਹਿਲਾਂ ਬੰਦਿਆਂ ਨੂੰ ਲੇਬਰ ਦੇ ਵਿੱਚ ਧੱਕ ਕੇ ਪਹਿਲਾਂ ਵਰਤਿਆ ਗਿਆ, ਫਿਰ ਉਹ ਬੀਬੀਆਂ ਨੂੰ ਵੀ ਤੀਵੀਆਂ ਨੂੰ ਵੀ ਉਸ ਲੇਬਰ ਵਿੱਚ ਲਿਆਉਣ ਲਈ ਉਹਨਾਂ ਦਾ ਸਾਰਾ ਕੁਝ। ਅੱਜ ਦੇਖੋ ਸਮਾਜ ਦੇ ਵਿੱਚ ਜਿੰਨੇ ਕੰਪੀਟੀਸ਼ਨ ਕਰਾਏ ਜਾਂਦੇ, ਜਾਣੀ ਉਹ ਤੀਵੀਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ, ਤੀਵੀਆਂ ਵੱਲੋਂ ਹੀ ਕੀਤਾ ਜਾਂਦਾ। ਮੈਂ ਇਹ ਨਹੀਂ ਕਹਿੰਦਾ ਵੀ ਬੰਦਿਆਂ ਤੋਂ ਆਪਾਂ ਇਲਜ਼ਾਮ ਲਾ ਦਿੰਦੇ ਵੀ ਬੀਬੀਆਂ ਹੀ ਉਹਦੇ ਵਿੱਚ ਸ਼ਾਮਲ ਹੁੰਦੀਆਂ ਆ। ਉਹ ਹੁਣ ਘੱਟ ਕੱਪੜੇ ਪਵਾ ਕੇ ਜਾਂ ਉਹ ਕਿੱਦਾਂ ਦੇ ਮੰਨ ਲਓ ਕੰਪੀਟੀਸ਼ਨ, ਉਹ ਮੰਨ ਲਓ ਉਹਦੇ ਵਿੱਚ ਕਿਹੜਾ ਉਹਦਾ ਸਤਿਕਾਰ ਖੱਟਿਆ ਜਾਂਦਾ, ਮੈਨੂੰ ਸਮਝ ਨਹੀਂ। ਵੀ ਜੇ ਬੰਦੇ 'ਚ ਗੁਣ ਆ, ਉਹ ਗੁਣ ਤਾਂ ਕਿਸੇ ਪਦਵੀ ਤੇ ਬਹਿ ਜਵੇ ਤਾਂ ਵੀ ਉਹਦੇ ਗੁਣ ਝਲਕਣੇ, ਕਿਸੇ ਦੀ ਉਹ ਮਾਂ ਬਣ ਜਵੇ, ਕਿਸੇ ਦੀ ਭੈਣ ਬਣ ਜਵੇ, ਕਿਸੇ ਦੀ ਪਤਨੀ ਬਣ ਜਵੇ, ਉਹਦੇ ਤਾਂ ਵੀ ਗੁਣ। ਪੜ੍ਹ ਲਿਖ ਕੇ ਤੁਸੀਂ ਸਾਡੀਆਂ ਬੀਬੀਆਂ ਮੰਨ ਲਓ ਜਿਹੜੀਆਂ ਸਾਡੀਆਂ ਮਾਵਾਂ ਅੱਜ ਵੀ ਘਰਾਂ ਵਿੱਚ ਉਹ ਕੰਮ ਕਰਦੀਆਂ ਨੇ, ਖੇਤੀਬਾੜੀ ਨਾਲ ਹੱਥ ਵਟਾਉਂਦੀਆਂ, ਰੋਟੀ ਪਾਣੀ ਬਣਾਈ, ਹੁਣ ਵੀ ਅਸੀਂ ਕੰਮਾਂ ਤੇ ਆਉਂਦੇ ਆ, ਸਾਨੂੰ ਖਾਣਾ ਪਾਣੀ ਦਿੰਦੀਆਂ, ਸਾਰਾ ਕੁਝ ਮਤਲਬ ਸਾਡੇ ਲਈ ਸਤਿਕਾਰ ਪਾਤਰ। ਹਾਂ, ਕਮਰਸ਼ੀਅਲ ਹੁਣ ਲਾਈਫ ਦੇ ਵਿੱਚ ਲੋੜਾਂ ਲੋਕਾਂ ਦੀਆਂ ਇੰਨੀਆਂ ਵੱਧ ਗਈਆਂ ਵੀ ਆਰਥਿਕ ਮੰਨ ਲਓ ਮੈਂ ਤਾਂ ਗਰੀਬੀ ਕਹੂੰਗਾ, ਹੋਰ ਲੋਕ ਗਰੀਬ ਹੋਈ ਜਾਂਦੇ ਤੇ ਉਹਨਾਂ ਨੂੰ ਕੰਮਾਂ ਕਾਰਾਂ ਦੀ ਲੋੜ ਪੈ ਗਈ, ਤਾਂ ਕਰਕੇ ਉਹਨਾਂ ਨੂੰ ਵੱਧ ਕੰਮ ਕਰਨੇ ਪੈ ਰਹੇ। ਫਿਰ ਸਿਆਪੇ ਪੈਂਦੇ ਆ ਵੀ ਨਿਆਣੇ ਕੌਣ ਸੰਭੂ, ਪਾਲੂ ਕੌਣ, ਕੌਣ ਛੱਡੂ। ਇਹ ਸਾਰੇ ਮੈਨੂੰ ਲੱਗਦਾ ਆ ਵੀ ਇਹ ਚੀਜ਼ਾਂ ਮੁਕਾਬਲੇਬਾਜ਼ੀ ਤੋਂ ਬਾਹਰ ਹੋਣਾ ਚਾਹੀਦਾ, ਫੇਰ ਸਮਝ ਆਉਣੀਆਂ ਚੀਜ਼ਾਂ। ਕਿਸੇ ਸਮਾਜ ਦੇ ਵਿੱਚ ਅਲੱਗ ਹੋ ਸਕਦਾ ਹੈ, ਆਪਾਂ ਉਹਨੂੰ ਆਪਣੇ ਸ਼ਰਤਾਂ ਦੇ ਉੱਤੇ ਜਦੋਂ ਦੇਖਦੇ ਆ ਫੇਰ ਸਮੱਸਿਆ ਖੜੀ ਹੁੰਦੀ ਹੈ। ਹੁਣ ਤੀਵੀਆਂ ਵਿੱਚ ਹੁਣ ਇੰਦਰਾ ਗਾਂਧੀ ਵੀ ਇੱਕ ਤੀਵੀਂ ਸੀਗੀ, ਹੁਣ ਉਹਦੀ ਤੁਸੀਂ ਕਿੱਦਾਂ ਵਿਆਖਿਆ ਕਰੋਗੇ? ਹਿਟਲਰ ਵੀ ਇੱਕ ਬੰਦਾ ਸੀਗਾ, ਸਟਾਲਿਨ ਵੀ ਬੰਦਾ ਸੀਗਾ। ਹੁਣ ਰੀਸੈਂਟਲੀ ਘਟਨਾਵਾਂ ਹੋਈਆਂ ਸਿੰਘੂ ਬਾਰਡਰ ਤੇ, ਉਹ ਮੁੰਡਾ ਇੱਕ ਸੀਗਾ ਰਣਜੀਤ ਸਿੰਘ ਕਾਜਗਪੁਰ ਦਾ, ਉਹ ਇੱਕ ਆਪਣੀਆਂ ਬੀਬੀਆਂ ਭੈਣਾਂ ਦਾ ਹੀ ਜਿਹੜਾ ਸੀਗਾ ਉਹਨਾਂ ਨੂੰ ਬਚਾਉਣ ਦੇ ਲਈ ਉਹਨੂੰ ਸਾਰਾ ਕੁਝ ਉੱਥੇ ਪੁਲਿਸ ਨਾਲ ਲੜਨਾ ਪਿਆ। ਉਹ ਮਤਲਬ ਬੀਬੀਆਂ ਉਹਦੇ ਵਿਰੁੱਧ ਮੰਨ ਲਓ ਜਿਹੜੀਆਂ ਜੋ ਹੋਕਾ ਦਿੰਦੀਆਂ ਉੱਥੇ ਉਹਦੇ ਹੱਕ 'ਚ ਨਹੀਂ ਖੜਨ ਨੂੰ ਤਿਆਰ ਹੈਗੀਆਂ। ਅਗਰਾਹਾਂ ਜਥੇਬੰਦੀ ਨੇ ਸਭ ਤੋਂ ਵੱਡਾ ਡਰਾਮਾ ਕੀਤਾ, ਉਹਨਾਂ ਦੀ ਸਟੇਜ ਉੱਤੇ ਬੀਬੀਆਂ ਨੂੰ ਸਟੇਜ ਚਲਾਉਣ ਦਿੱਤੀ ਗਈ ਹੈ। ਇੱਕ ਬੀਬੀ ਹੀ ਵਿਚਾਰੀ ਅੰਮ੍ਰਿਤਧਾਰੀ ਖੜ ਕੇ ਉਹ ਮੁੰਡਿਆਂ ਦੇ ਹੱਕ 'ਚ ਬੋਲਣ ਲੱਗੀ ਤਾਂ ਉਹਨੂੰ ਬੰਦ ਕਰਾ ਦਿੱਤਾ ਗਿਆ, ਉਹਦਾ ਮੂੰਹ ਬੰਦ ਕਰ ਦਿੱਤਾ ਗਿਆ। ਉਹ ਬੀਬੀਆਂ ਵੱਲੋਂ ਕੀਤਾ ਗਿਆ, ਸਾਰਾ ਦਿਨ ਬੀਬੀਆਂ ਦਾ ਪ੍ਰੋਗਰਾਮ ਸੀਗਾ। ਤੇ ਮੈਨੂੰ ਲੱਗਦਾ ਵੀ ਅਸੀਂ ਆਪਣੇ ਤੋਂ ਜਿਹੜਾ ਵੱਖਰਾ ਇੱਕ ਕੰਪੀਟੀਸ਼ਨ ਚੋਂ ਬਾਹਰ ਨਿਕਲ ਕੇ ਦੇਖੀਏ ਤਾਂ ਚੀਜ਼ਾਂ ਸਮਝ ਆਉਣੀਆਂ। ਤੇ ਉਹ ਜਿੱਦਾਂ ਉਹ ਜਿਹੜੇ ਕਹਿੰਦੇ ਹੁਣ 30-35 ਸਾਡੀਆਂ ਤੋਂ ਯੂਨੀਅਨ ਆ, ਉਹ ਸਾਨੂੰ ਤਾਂ ਕਹਿੰਦੀ ਔਰਤਾਂ ਪਏ, ਉਹਨਾਂ ਨੂੰ ਪੁੱਛੋ ਤੁਹਾਡੇ 'ਚ ਬੀਬੀ ਕੋ ਪ੍ਰਧਾਨ ਕਿਉਂ ਨਹੀਂ ਬਣਾਈ? ਕੀ ਗੱਲ, ਜੇ ਤੁਸੀਂ ਔਰ ਸਤਿਕਾਰ ਹੀ ਦੇਣਾ ਫਿਰ ਇੱਕ ਅੱਧੀ 2000 ਯੂਨੀਅਨ ਆ, ਤੁਸੀਂ ਸਤਿਕਾਰ ਕਿਉਂ ਨਹੀਂ ਦਿੱਤਾ ਉਹਨਾਂ ਨੂੰ? ਤੁਸੀਂ ਸਾਰੇ ਬੰਦੇ ਹੀ ਕਿਉਂ ਆ? ਕਹਿਣ ਦੋ ਯੋਗਤਾ ਹੋਰ ਚੀਜ਼ ਆ, ਮੁਕਾਬਲੇਬਾਜ਼ੀ ਹੋਰ ਚੀਜ਼ ਆ, ਤੇ ਇਹ ਚੀਜ਼ਾਂ ਬੜੀਆਂ ਔਖੀਆਂ ਸਮਝਣੀਆਂ। ਇੱਕ ਕੰਪੀਟੀਸ਼ਨ ਦੇ ਮੁਕਾਬਲੇ 'ਚ ਅਸੀਂ ਇੱਕ ਰੁਜ਼ਗਾਰ ਦੇ ਨਾਲ ਇਹਨੂੰ ਜੋੜ ਕੇ ਦੇਖਦੇ ਹਾਂ ਵੀ ਜਿਹੜੀ ਤਾਂ ਮੰਨ ਲਓ ਕੋਈ ਬੰਦਾ ਵੀ ਆ ਈਵਨ ਕਿ ਫਲਾਣੇ ਦਾ ਧੀ ਪੁੱਤ ਉੱਥੇ ਫਲਾਣੇ ਅਹੁਦੇ ਤੇ ਪਹੁੰਚ ਗਿਆ ਤਾਂ ਉਹ ਠੀਕ ਹੈ। ਜੇ ਕੋਈ ਪੜ੍ਹ ਲਿਖ ਕੇ ਜਾਂ ਅਨਪੜ੍ਹ ਰਹਿ ਕੇ ਕੋਈ ਮਾੜਾ ਮੋਟਾ ਕੰਮ ਕਰਨ ਲੱਗ ਪਿਆ
ਕੋਈ ਘਰੇਲੂ ਕਰਦਾ ਜਾਂ ਖੇਤੀਬਾੜੀ ਕਰਦਾ ਜਾਂ ਕੋਈ ਨੇ ਰੇਹੜੀ ਲਾ ਲਈ, ਉਹ ਮਾੜੀ ਗੱਲ ਆ। ਤੇ ਇਹ ਜਿੰਨਾ ਚਿਰ ਮੰਡੀ ਦੀ ਨਿਗਾਹ ਤੋਂ ਆਪਾਂ ਚੀਜ਼ਾਂ ਨੂੰ ਸਮਝਦੇ ਉਹਨਾਂ ਚਿਰ ਇਹ ਚੀਜ਼ਾਂ ਸਮਝ ਨਹੀਂ ਆਉਣੀਆਂ। ਜ਼ਿਆਦਾਤਰ ਔਰਤ ਜਿਹੜਾ ਦਿਵਸ ਹੈ ਇਹ ਹੈਗਾ ਤਾਂ ਇਹ ਮਾਡਰਨਿਜ਼ਮ ਇਹ ਮੰਡੀ ਦੇ ਤੌਰ ਤੇ ਪੈਦਾ ਕੀਤਾ ਹੈ, ਕਿਉਂਕਿ ਤਾਂ ਕਿ ਇੱਕ ਮੁਕਾਬਲੇਬਾਜ਼ੀ ਜਿਹਨਾਂ ਨੂੰ ਸਿੱਟ ਕੇ ਔਰਤਾਂ ਨੂੰ ਹੀ ਕੀਤਾ ਜਾਵੇ। ਅਦਰਵਾਈਜ਼ ਉਹੀ ਨੌਂ ਵੀ ਉਹੀ ਹੁੰਦੀ ਆ, ਸੱਸ ਵੀ ਉਹੀ ਹੁੰਦੀ ਆ, ਧੀ ਵੀ ਉਹੀ ਹੁੰਦੀ, ਭੈਣ ਵੀ। ਜਦੋਂ ਉਹ ਰਿਸ਼ਤੇ ਬਦਲ ਜਾਂਦੇ ਉਹ ਇੱਕ ਦੂਜੇ ਦੇ ਨਾਲ ਖਲਜਗ ਵੀ ਪਿਆ ਰਹਿੰਦਾ। ਤੇ ਮੇਰੇ ਖਿਆਲ ਨਾਲ ਇਹਨੂੰ ਥੋੜਾ ਜਿਹਾ ਇਹਨਾਂ ਚੀਜ਼ਾਂ ਤੋਂ ਬਾਹਰ ਹੋ ਕੇ ਦੇਖਾਂਗੇ ਤਾਂ ਵਧੀਆ ਵੇ। ਇੱਕ ਸਤਿਕਾਰ ਠੀਕ ਹੈ, ਹਰ ਇੱਕ ਸਮਾਜ ਦੇ ਵਿੱਚ ਵੱਖਰੇ ਵੱਖਰੇ, ਪਰ ਘੱਟੋ ਘੱਟ ਗੁਲਾਮ ਉਹਨੂੰ ਨਹੀਂ ਕਹਿਣਾ ਚਾਹੀਦਾ। ਜਿਹੜਾ ਘਰੇਲੂ ਆ ਉਹਦੀ ਵੀ ਇੱਜ਼ਤ ਆ, ਤੇ ਜਿਹੜਾ ਬਾਹਰ ਵੀ ਉਹਦੀ ਵੀ ਇੱਜ਼ਤ ਹੋਣੀ ਚਾਹੀਦੀ ਹੈ। ਧੰਨਵਾਦ ਜੀ। ਬਸ ਜੀ, ਇੱਕ ਹੋਰ ਵੀ ਇਹਦੇ ਵਿੱਚ ਹੁਣ ਕਈ ਬਹੁਤ ਨੇ ਜਿਹੜੇ ਜਿਨ੍ਹਾਂ ਨੂੰ ਪੁੱਤ ਦੀ ਦਾਤ ਨਹੀਂ ਮਿਲੀ, ਜੇ ਸ਼ਬਦ ਹੈ ਇਹ, ਧੀਆਂ ਵੀ ਉਹੀ ਪੇਟੋਂ ਜੰਮੀਆਂ ਤੇ ਉਹ ਮਾਪਿਆਂ ਦੇ ਬਿੰਦ ਦੇ ਵਿੱਚੋਂ ਹੀ ਉਹ ਜਿਹੜੀਆਂ ਜੰਮੀਆਂ, ਠੀਕ ਹੈ। ਤੇ ਉਹ ਫਿਰ ਪਤਾ ਗੱਲ ਕੀ ਚੱਲਦੀ ਹੈ, ਚੱਲ ਭਤੀਜਾ ਹੀ ਲੈ ਆਈਏ, ਉਹਨੂੰ ਜਾਇਦਾਦ ਦੇ ਦਾਂਗੇ। ਆਹ ਸਮਾਜ ਦੇ ਵਿੱਚ ਤੁਸੀਂ ਬਰਾਬਰਤਾ ਦੀ ਗੱਲ ਕਰਦੇ ਹੋ, ਚਲੋ ਘਰ ਵਾਲੇ ਦਾ ਭਤੀਜਾ ਲੈ ਨਾ ਜੀ, ਤੁਸੀਂ ਇਉਂ ਕਰੋ, ਤੁਸੀਂ ਵਿਆਹ ਹੀ ਇੱਕ ਹੋਰ ਕਰਾ ਲਓ, ਮੇਰੇ ਹੁੰਦੇ ਹੁੰਦੇ ਵਾਰਸ ਆ ਜੀ। ਅੱਛਾ, ਕੌਣ ਕਹਿੰਦਾ ਇਹ? ਕਿਹੜੀ ਇਸਤਰੀ ਆ ਜਿਹੜੀ ਐਕਸੈਪਟ ਕਰੂ ਮੇਰੇ ਸਾਹਮਣੇ ਮੇਰਾ ਘਰ ਵਾਲਾ ਇੱਕ ਹੋਰ ਜਨਾਨੀ ਲੈ ਆਵੇ? ਪਰ ਉਹਨੂੰ ਪਤਾ ਵੀ ਜੇ ਮੈਂ ਜਵਾਬ ਕਰੂੰਗਾ ਤਾਂ ਕਿਤੇ ਮੇਰਾ ਬਾਂਹ ਫੜ ਕੇ ਮੈਨੂੰ ਨਾ ਕੱਢ ਦੇਵੇ ਬਾਹਰ, ਤੇ ਤੂੰ ਤਾਂ ਜੰਮੇ ਹੀ ਨਹੀਂ ਪੁੱਤ। ਹਾਲਾਂਕਿ ਪੁੱਤ ਜੰਮਣ ਲਈ ਤੇ ਧੀ ਜੰਮਣ ਲਈ ਬੰਦੇ ਦਾ ਹੀ ਆ ਕੰਮ ਸਾਰਾ। ਉਹਦੀ ਤਾਂ ਜਿਹੜੀ ਜਨਨ ਕਿਰਿਆ ਉਹ ਤਾਂ ਸੇਮ ਆ ਦੋਨੇ ਪਾਸੇ। ਇਸਤਰੀ ਦੀ ਭਤੀਜਾ ਲੈ ਆਓ ਜੀ, ਫਿਰ ਜਾਇਦਾਦ ਦਾ ਵਾਰਿਸ ਤਾਂ ਕੋਈ ਚਾਹੀਦਾ, ਅਡਾਪਟ ਕਰ ਲਿਆਓ ਜੀ, ਫਿਰ ਕੋਈ ਲੈ ਆਓ ਉੱਥੋਂ। ਉਹਦੇ ਬਾਅਦ ਫੇਰ ਹੋ ਗਿਆ ਇੱਕ ਆਪਣੇ ਹੋ ਗਿਆ ਉਹ ਜਿਹਨੇ ਜਿਹੜਾ ਪਹਿਲਾਂ ਲੈਂਦੇ ਗਏ ਤੂੰ ਮੁੜ ਜਾ ਪਿੰਡ ਨੂੰ। ਐਡੀ ਹਿਪੋਕ੍ਰੇਸੀ। ਜਾਂ ਇਸਤਰੀ ਜੇ ਇੱਕ ਵਾਰ ਜੇ ਕੋਈ ਜ਼ੋਰ ਫੜ ਗਈ, ਜੇ ਕਿਸੇ ਨੂੰ ਕੁਛ ਤਾਕਤ ਮਿਲ ਗਈ, ਫਿਰ ਉਹਦੇ ਸਾਹਮਣੇ ਜਾਂ ਕੋਈ ਆ ਗਿਆ ਉਹਨੇ 1 ਮਿੰਟ ਚ ਲਾ ਕੇ ਥੱਲੇ ਰੱਖ ਲੈਣੀ ਹੈ। ਉੱਥੇ ਫਿਰ ਬੰਦਾ ਕਹਿਣ ਲੱਗਾ ਯਾਰ ਜਨਾਨੀਆਂ ਨੂੰ ਕੀ ਕਹੇ ਇਹਨਾਂ ਨੂੰ। ਫਿਰ ਆਹ ਵੀ ਗੱਲ ਨਾਲ ਚੱਲਦੀ। ਫਿਰ ਉਹਨਾਂ ਨੇ ਲਾਇਸੈਂਸ ਲੈ ਲੈਣਾ ਵੀ ਅਸੀਂ ਲਾਉਣੀਆਂ ਹੀ ਲਾਉਣੀਆਂ ਨੇ। ਇੱਕ ਫੜਿਆ ਉਹਦੀ ਲਾਤੀ, ਦੂਜਾ ਫੜਿਆ ਦੂਜੀ ਲਾਤੀ, ਤੀਜੀ। ਉਸ ਸਮੇਂ ਸਮਾਜ ਫਿਰ ਕਹਿੰਦਾ ਕੀ ਕਹੇ ਯਾਰ ਇਹਨਾਂ ਨੂੰ। ਜਗਮੇਲ ਸਿੰਘ ਜੀ, ਲਾਈਨ ਨੰਬਰ 4, ਤੁਸੀਂ ਏਅਰ ਤੇ ਹੋ। ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਅਰਜ਼ ਇਹ ਹੈ ਵੀ ਤੁਸੀਂ ਬਹੁਤ ਕੀਮਤੀ ਗੱਲਾਂ ਕਹੀਆਂ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਔਰਤ ਜ਼ਾਤ ਦੀ ਇੱਜ਼ਤ ਨਹੀਂ ਕਰਦੇ, ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਹੁਕਮ ਸੁਣਾਤਾ, ਸੋ ਕੋ ਮੰਦਾ ਆਖੀਏ ਜਿਸ ਜੰਮੇ ਰਾ ਜਾਣ। ਤੇ ਜਿਹੜਾ ਉਹਦਾ ਹੁਕਮ ਨਹੀਂ ਮੰਨਦਾ ਫਿਰ ਉਹ ਸਿੱਖ ਕਿਵੇਂ ਖਾਊਗਾ ਆਪਣੇ ਆਪ ਨੂੰ? ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਜਾ ਕੇ ਮਸਤਕ ਨਵਾਉਂਦੇ ਆ ਕਿ ਉਹ ਉੱਤੇ ਫਿਰ ਅਮਲ ਵੀ ਕਰਨਾ ਪਊਗਾ, ਮੰਨਣਾ ਵੀ ਪਊਗਾ। ਔਰ ਜਿਹੜੇ ਲੋਕ ਇਹ ਧੌਂਸ ਦਿੰਦੇ ਆ ਵੀ ਜਾ ਕੇ ਸਹੁਰਿਆਂ ਤੋਂ ਇਹ ਲੈ ਤੇ ਉਹ ਲੈ ਉਹ ਲੈ, ਉਹ ਐਡੇ ਮਲੰਗ ਹੈ। ਉਹ ਵਿਆਹ ਤੁਹਾਡਾ ਹੋ ਗਿਆ, ਆਨੰਦ ਕਾਰਜ ਹੋ ਗਏ, ਤੇ ਫਿਰ ਤੁਸੀਂ ਉਹ ਘਰਵਾਲੀ ਨੂੰ ਧੌਂਸ ਨਾਲ ਭੇਜਦੇ ਹੋ ਸਹੁਰਿਆਂ ਦੀ ਜਾਇਦਾਦ ਤੇ ਡਾਕਾ ਮਾਰਨ ਨੂੰ। ਉੱਥੇ ਸਾਡਾ ਕਸੂਰ ਹੈ। 1 ਨੰਬਰ 2, ਇਹ ਤਾਂ ਕਹਾਣੀ ਹੈਗੀ ਲੰਮੀ। ਸਵਾਲ ਇਹ ਹੈ ਕਿ ਜਿਹੜੀ ਹਕੂਮਤ ਹੁਣ ਉੱਥੇ ਹੈ ਨਾ ਇੰਡੀਆ 'ਚ, ਉਹਨੇ ਜੋ ਕੁਛ ਔਰਤ ਜ਼ਾਤ ਨਾਲ ਕੀਤਾ ਹੈ, ਉਸ ਹਕੂਮਤ ਨੂੰ ਤਾਂ ਹੱਕ ਹੀ ਨਹੀਂ ਬਣਦਾ ਬਈ ਉਹ ਮਹਿਲਾ ਦਿਵਸ ਜਿਹੜਾ ਜਾਂ ਔਰਤਾਂ ਦਾ ਦਿਨ ਇਹ ਮਨਾਵੇ। ਕਿਉਂਕਿ ਯੂਪੀ ਵਿੱਚ ਕੀ ਹੋਇਆ, ਹਾਥਰਸ ਵਿੱਚ ਕੀ ਹੋਇਆ, ਅਨਾਉ 'ਚ ਕੀ ਹੋਇਆ, ਉਹ ਬੀਬੀ ਜਿਹੜੀ ਹੈ ਦਿਸ਼ਾ ਰਵੀ ਨੂੰ ਫੜਿਆ, ਉੱਥੋਂ ਬੀਬੀ ਨਵਦੀਪ ਨੂੰ ਫੜਿਆ, ਤੇ ਸਫੂਰਾ ਜਰਗਰ ਨੂੰ ਫੜਿਆ। ਦੇਖ ਲਓ, ਪ੍ਰੈਗਨੈਂਟ ਸੀ ਕੁੜੀ, ਉਹ ਸਟੂਡੈਂਟ ਸੀ ਜਾਮੀਆ ਦੀ, ਔਰ ਉਸ ਨੂੰ ਜੱਜ ਨੇ ਉਸਦੀ ਜਨਾਈ ਕਰਤੀ ਜ਼ਮਾਨਤ। ਤੁਸੀਂ ਇਹ ਦੇਖੋ, ਕਿਉਂਕਿ ਉੱਥੇ ਜਿਹੜੀ ਕੋਰਟ ਹੈ, ਕੋਰਟ ਵੀ ਮੋਦੀ ਕੋਰਟ ਬਣ ਗਈ ਹੈ। ਹੁਣ ਮੈਂ ਤੁਹਾਨੂੰ ਪਿੱਛੇ ਲੈ ਜਾਂਦਾ, ਜਿਹੜੀ ਤੁਸੀਂ ਕਹਾਣੀ ਸੁਣਾਈ ਯਮਨ ਦੀ ਤੇ ਸਾਊਦੀ ਅਰਬ ਦੀ ਆਪੋ ਵਿੱਚ ਵੀ ਕਿਸ ਤਰ੍ਹਾਂ ਯਮਨ ਨੂੰ ਬਰਬਾਦ ਕੀਤਾ, ਤੇ ਇਸਰਾਈਲ ਨੇ ਕਿਵੇਂ ਹਮਾਸ ਨੂੰ, ਫਲਸਤੀਨ ਨੂੰ ਬਰਬਾਦ ਕੀਤਾ। ਇਹ ਤਾਂ ਕਹਾਣੀ ਹੋਰ ਮੁਲਕਾਂ ਦੀ, ਮੈਂ ਉਧਰ ਨੂੰ ਨਹੀਂ ਜਾਂਦਾ। ਜੋ ਕੁਝ ਨਾਗਪੁਰ ਵਿੱਚ ਚਾਕ ਆਊਟ ਕੀਤਾ ਗਿਆ ਨਾ, ਜੋ ਸਿਲੇਬਸ ਉੱਥੇ ਬਣਿਆ ਹੈ, ਇੰਦਰਾ ਗਾਂਧੀ ਤੇ ਰਾਜੀਵ ਤੇ ਨਰਸਿਮਹਾ ਰਾਓ ਨੇ ਉਹੀ ਐਕਟ ਪਾਉਣ ਉੱਤੇ ਕੀਤਾ ਹੈ। ਔਰ ਜਿਹੜੀ ਹੁਣ ਹਕੂਮਤ ਹੈ, ਇਹ ਸਾਨੂੰ ਆਰਥਿਕ ਤੌਰ ਤੇ ਸੱਟ ਨਹੀਂ ਮਾਰਨਾ ਚਾਹੁੰਦੀ। ਮੈਂ ਤੁਹਾਨੂੰ
ਇਹ ਵਾਰਨਿੰਗ ਦੇਣਾ ਚਾਹੁੰਦਾ, ਸਿੱਖ ਕੌਮ ਨੂੰ ਸਲਾਹ ਕਰਨਾ ਚਾਹੁੰਦਾ ਕਿ ਸਾਨੂੰ ਦੂਜੇ ਤਰ੍ਹਾਂ ਵੀ ਖਤਮ ਕਰੂਗੀ ਜੇ ਇੱਕ ਅੱਧਾ ਟਾਈਮ ਹੋਰ ਆ ਗਿਆ ਇਹ ਤਾਂ, ਕਿਉਂਕਿ ਹੁਣ ਜਿਹੜਾ ਕਿਸਾਨੀ ਘੋਲ ਹੈ ਉਹਦੇ 'ਚ ਸਾਰੇ ਲੋਕ ਇਕੱਠੇ ਹੋ ਗਏ ਨੇ, ਮਜ਼ਦੂਰ ਤੋਂ ਲੈ ਕੇ ਉੱਪਰ ਤੱਕ, ਵੱਡੀ ਤੋਂ ਵੱਡੀ ਕੁਰਸੀ ਤੱਕ। ਇਹ ਠੀਕ ਹੈ ਬਈ ਇਹ BJP ਦੇ RSS ਦੇ ਜਾਂ ਮੋਦੀ ਕੰਪਨੀ ਦੇ ਲੱਕ 'ਚ ਮਾਰੂਗੀ ਲੱਤ ਬਣਾ ਕੇ, ਇਹ ਜੀ ਗੱਲ ਕੋਈ ਨਹੀਂ। ਹੌਸਲਾ ਰੱਖੋ, ਸਾਨੂੰ ਆਪਣੇ ਆਪ ਤੇ ਕੰਟਰੋਲ ਕਰਨਾ ਪਊਗਾ, ਸਾਨੂੰ ਆਪਣੇ ਖਰਚੇ ਘਟਾਉਣੇ ਪੈਣਗੇ ਕਿਉਂਕਿ ਆਉਣ ਵਾਲਾ ਸਮਾਂ ਸਾਡੇ ਵਾਸਤੇ ਖਤਰਨਾਕ ਵੀ ਹੋ ਸਕਦਾ ਹੈ। ਬਸ ਇੰਨਾ ਹੀ ਕਹਿਣਾ। ਬਹੁਤ ਤੁਹਾਡਾ ਧੰਨਵਾਦ। ਧੰਨਵਾਦ। ਇੱਕ ਹੋਰ ਇਹਦੇ ਚ ਮੈਂ ਗੱਲ ਐਡ ਕਰਾਂ, ਇਸਤਰੀ ਦਾ ਜਿਹੜਾ ਇਸਤਰੀ ਦੇ ਪ੍ਰਤੀ ਤਿਰਸਕਾਰ ਹੈ। ਹੁਣ ਧੀਆਂ ਵਿਆਹ ਕੇ ਘਰੋਂ ਚਲੇ ਜਾਂਦੀਆਂ ਨੇ, ਭਾਈ ਗਾਹਾਂ ਵਿਆਹ ਆਉਂਦੇ ਨੇ, ਭਰਜਾਈਆਂ ਆ ਜਾਂਦੀਆਂ ਨੇ, ਉਹ ਫਿਰ ਟੇਕ ਓਵਰ ਕਰਦੀਆਂ। ਧੀ ਦੀ ਮੈਨੂੰ ਸਵੇਰੇ ਇੱਕ ਪਤਾ ਲੱਗੀ ਕਹਾਣੀ, ਇੱਕ ਧੀ ਤੜਫਦੀ ਆ, ਮਾਤਾ ਉਹਦੀ ਹਸਪਤਾਲ ਪਈ ਹੈ ਤੇ ਉਹਦੇ ਤੇ ਆਰਡਰ RCMP ਵੱਲੋਂ ਲਵਾਤਾ ਵੀ ਤੂੰ ਮਾਂ ਨੂੰ ਨਹੀਂ ਆਪਣੀ ਨੂੰ ਦੇਖ ਸਕਦੀ। ਜ਼ਮੀਨ ਜਾਇਦਾਦ ਨਾਂ ਕਰਾਇਆ ਹੀ ਉਹ ਭਾਈਆਂ ਦੇ, ਕਿਉਂਕਿ ਜਦ ਹੋਣੀ ਹੈ ਤਾਂ ਇੱਕ ਵਾਰ ਧੀ ਨੂੰ ਜਾਣਾ ਪੈਣਾ ਤੇ ਖਤਮ ਹੈ ਕਹਾਣੀ। ਉਹ ਵਿਲਕਦੀ ਹੈ ਤੇ ਬਿਨਾਂ ਤੂੰ ਨਹੀਂ, ਜੇ ਤੂੰ ਜਾਣਦੀ ਹੈ ਤਾਂ ਥੱਲੇ ਟੇਪ ਰਿਕਾਰਡ ਜਿਹੜੀ ਹੈ ਰਿਕਾਰਡਿੰਗ ਰੱਖ ਕੇ ਡਿਵਾਈਸ ਉਹ ਰਿਕਾਰਡ ਕਰ ਲਈ ਵੀ ਦੋਨੇ ਮਾਵਾਂ ਧੀਆਂ ਕੀ ਕਰੇ। ਮਾਵਾਂ ਧੀਆਂ ਨੇ ਕੀ ਗੱਲ ਕਰਨੀ ਹੈ? ਦੁੱਖ ਜਿਹੜਾ ਮਾਂ ਤੇ ਧੀ ਨੇ ਆਪਸ ਵਿੱਚ ਕਰਨਾ ਕਿਸੇ ਨਾਲ ਥੋੜਾ ਉਹਨੇ ਕਰਨਾ। ਔਰ ਇਹ ਬੜੀ ਬਦਕਿਸਮਤੀ ਕਹਾਣੀ ਹੈ ਇਹ ਜੀ। ਤੈਨੂੰ ਤਾਂ ਗਾਹਾਂ ਸਹੁਰਿਆਂ ਤੋਂ ਮਿਲ ਜਾਣਾ। ਕਿਹੜੇ ਸਹੁਰਿਆਂ ਤੋਂ ਮਿਲਣਾ ਬਈ? ਕਿਹੜਾ ਦਿੰਦਾ ਸਹੁਰਿਆਂ ਤੋਂ? ਮੈਨੂੰ ਦੱਸੇ ਤਾਂ ਸਹੀ। ਆ ਪਿਓ ਵਾਲੀ ਆ ਜਿਹੜੀ ਇਹ ਤੂੰ ਭਾਈਆਂ ਨੂੰ ਦੇ ਦੇ, ਇਹ ਤਾਂ ਮੁੱਢ ਕਦੀਮੋਂ ਬਣਿਆ ਹੋਇਆ ਭਾਈ। ਵਿੱਚ ਬੈਠੇ ਕਈ ਬੀਬੀਆਂ ਦਾੜੀਆਂ ਵਾਲੇ ਐ ਸੁਣਾਈ ਜਾਣ ਤੇ ਗਾਹਾਂ ਤੈਨੂੰ ਸਹੁਰਿਆਂ ਤੋਂ ਮਿਲ ਜਾਣਾ। ਸਭ ਗੱਲਾਂ ਇੱਥੇ ਦਾ ਲੋਕਾਂ ਨੂੰ, ਤੁਹਾਨੂੰ ਕਹਿਣਾ ਸੁਣਨ ਵਾਲਿਆਂ ਨੂੰ, ਇਹ ਨਾ ਕਰਿਆ ਕਰੋ ਵੀ ਮੈਂ ਪੁੱਤ ਨੂੰ, ਮੈਂ ਤਾਂ ਜੀ ਪੁੱਤ ਨੂੰ ਦੇ ਦੇਣਾ 3 ਮਿਲੀਅਨ ਤੇ ਧੀ ਨੂੰ ਦੇਣਾ 3 ਲੱਖ। ਇਹ ਦੀ ਕਹਾਣੀ ਹੈ। ਉਹਨਾਂ ਨੂੰ ਜਿਹੜਾ ਇੱਥੇ ਬਣਿਆ ਪਿਆ ਲਾ ਭਾਈ ਇੰਨਾ ਕਾ ਆ, ਤੁਸੀਂ ਆਪਣੇ ਕੋਲ 5-4 ਲੱਖ ਹੈ, 2.5 ਤੇਰਾ ਪੁੱਤ, 2.5 ਤੇਰਾ, ਚਲੋ ਮੌਜਾਂ ਕਰ। ਇੱਥੋਂ ਹੀ ਕਰ ਲਈਏ ਆਪਾਂ। ਪਿਛਲੇ ਤਾਂ ਆਪਾਂ ਇੱਕ ਦਿਨ ਤਾਂ ਉੱਥੇ ਤਾਂ ਉਈਆਂ 7-7 ਪੀੜ੍ਹੀਆਂ ਦਾ ਦੁਸ਼ਮਣੀ ਪੈ ਜੂ, ਮਾਰ ਦੇਣਗੇ, ਦੱਬ ਦੇਣਗੇ ਉਈਓ ਜਾਲ। ਕੌਮ ਜਦ ਚਿੰਬੜੂਗੀ ਪਿੱਛੇ, ਛੱਡਣਾ ਹੀ ਕੱਖ ਨਹੀਂ। ਇੱਥੇ ਕਰ ਸਕਦੇ ਆਪਾਂ। ਬੜਾ ਔਖਾ ਹੈ ਉਹ। ਬਾਕੀ ਇਹ ਮਨਾ ਲਓ ਦਿਨ, ਆਥਣ ਤੱਕ ਸਪੀਚਾਂ ਆਉਣਗੀਆਂ, ਪ੍ਰੀਮੀਅਰ ਵੀ ਦਊ, ਉਧਰੋਂ ਉੱਪਰ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਸਾਹਿਬ ਤੱਕ ਸਭ ਬੋਲਣਗੇ। ਏਰੀਏ ਲੋਕਲ ਐਕਟਿਵਿਜ਼ਮ ਐਕਟਿਵਿਸਟ ਵੀ ਬੋਲਣਗੇ। ਕਾਲ ਜੀ ਲਾਈਨ ਨੰਬਰ 5। ਹੈਲੋ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ ਮੈਂ ਕਹਿੰਦਾ ਜੇ ਆਪਾਂ ਇਕਨੋਮਿਕ ਹਟਾ ਲਈਏ ਸਾਰੇ ਕੁਛ ਚੋਂ, ਮੀਡੀਆ ਚੋਂ, ਜੁਡੀਸ਼ਰੀ ਚੋਂ, ਜੋ NGOs ਹੈਗੇ ਉਹ ਸਾਰਿਆਂ ਨੇ ਕਥਾਵਾਚਕ ਬਣ ਜਾਣਾ। ਸਾਰਿਆਂ ਨੇ ਔਰਤ ਨੂੰ ਕਹਿਣਾ ਵੀ ਇਹ ਕਿਸੇ ਦੀ ਸਿਸਟਰ ਹੋਣੀ ਚਾਹੀਦੀ ਹੈ, ਕਿਸੇ ਦੀ ਧੀ ਹੋਣੀ ਚਾਹੀਦੀ ਹੈ, ਕਿਸੇ ਦੀ ਮਾਂ ਹੋਣੀ ਚਾਹੀਦੀ ਹੈ, ਕਿਸੇ ਦੀ ਗ੍ਰੈਂਡ ਮਾਂ ਹੋਣੀ ਚਾਹੀਦੀ ਹੈ, ਵੀ ਰਾਦਰ ਦੈਨ ਵੀ ਇਹ ਗਰਲਫ੍ਰੈਂਡ ਹੋਣੀ ਚਾਹੀਦੀ ਜਾਂ ਮਾਰਕੀਟਿੰਗ ਜਾਂ ਐਂਟਰਟੇਨਮੈਂਟ ਟੂਲ ਹੋਣਾ ਚਾਹੀਦਾ। ਹੁਣ ਜਿਹੜੀ ਔਰਤ ਨੂੰ ਆਪਾਂ ਜੇ ਆਪਾਂ ਕਹਿ ਦਈਏ ਵੀ ਤੂੰ ਜਵਾਕ ਜੰਮਣ ਦੇ ਕਿੰਨੇ ਪੈਸੇ ਲਏਗੀ, ਤੂੰ ਕਿਸੇ ਦੀ ਭੈਣ ਬਣਨ ਦੇ ਕਿੰਨੇ ਪੈਸੇ ਲਏਗੀ, ਤੂੰ ਕਿਸੇ ਦੀ ਸਿਸਟਰ ਬਣਨ ਦੇ ਕਿੰਨੇ ਪੈਸੇ ਲਏਗੀ, ਵੀ ਉਹਦਾ ਤੁਸੀਂ ਰਿਐਕਸ਼ਨ ਦੇਖ ਲਓ। ਤੇ ਜੇ ਉਹਨੂੰ ਕਹੇ ਤੂੰ ਤੈਨੂੰ ਅਸੀਂ ਨੌਕਰੀ ਦਿੰਦੇ ਹਾਂ, ਤੈਨੂੰ ਪੁਲਿਸ ਦੀ ਨੌਕਰੀ ਦਿੰਦੇ, ਪਰ ਤੇਰੀ ਯੂਨੀਫਾਰਮ ਏਦਾਂ ਦੀ ਹੋਊਗੀ, ਤੇਰੇ ਸਾਰੇ ਅੰਗ ਬੈਜੀ ਦਿਸਣੇ ਚਾਹੀਦੇ ਰਹੇ, ਫਿਰ ਉਹ ਕਹੂਗੀ ਦੱਸੋ ਮੈਨੂੰ ਕਿੰਨੇ ਪੈਸੇ ਦਿੰਦੇ। ਵੀ ਆਪਾਂ ਜਿਹੜਾ ਆਪਣਾ ਸਮਾਜ ਜਿਹੜਾ ਕੁਛ ਕਰਦਾ ਹੈਗਾ ਆਪਾਂ ਉਹਨੂੰ ਕ੍ਰਿਟੀਸਾਈਜ਼ ਕਰਦੇ ਹੈਗੇ ਰਾਈਟ, ਵੀ ਜਿੰਨਾ ਕੁ ਸਮਾਜ ਹੈਗਾ ਵੀ ਉਹਨੂੰ ਹਟਾ ਕੇ ਹੋਰ ਕ੍ਰਿਟੀਸਾਈਜ਼ ਕਿਹਨੂੰ ਕਰਨਾ? ਜਿਹੜੇ ਨੀਤੀ ਘਾੜੇ ਨੇ ਉਹਨਾਂ ਨੂੰ ਕਰਨਾ। ਨਹੀਂ, ਇਕਨੋਮਿਕ ਬੇਸ ਸਿਸਟਮ ਨੂੰ ਨਹੀਂ ਕਰਨਾ। ਇਕਨੋਮਿਕ ਬੇਸ ਸਿਸਟਮ ਨੂੰ ਜਿਹੜੇ ਇਹ ਮੈਨੂੰ ਤੁਹਾਡੇ ਵਾਲਾ ਇਕਨੋਮਿਕ ਬੇਸ ਮੈਨੂੰ ਨਹੀਂ ਜੀ ਆਉਂਦਾ। ਮੈਂ ਨਹੀਂ ਤਾਂ ਕੋਈ ਨਹੀਂ, ਫਿਰ ਵਧੀਆ ਇੰਜੋਏ ਕਰੋ ਜੀ। ਚਾਹ ਚੂ ਪੀ ਲਓ, ਮੂੰਹ ਧੋ ਲਓ, ਨਾਲੇ ਨੀਂਦ ਕੱਢ ਲਓ, ਪੂਰੀ ਕਰ ਲਓ। ਮਹਿੰਦਰ ਸਿੰਘ ਜੀ ਲਾਈਨ ਨੰਬਰ 2। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਿੰਨਾ ਕੁਛ ਕਹਿਤਾ ਇਸ ਨਾਰੀ ਦਿਵਸ ਬਾਰੇ ਤੇ ਬਾਕੀ ਸਾਰਾ ਇਤਿਹਾਸ, ਮੇਰਾ ਖਿਆਲ ਹੈ ਵੀ ਕੋਈ ਕਹਿਣ ਵਾਲੀ ਗੱਲ ਰਹਿ ਨਹੀਂ ਜਾਂਦੀ। ਜਿਸ ਤਰ੍ਹਾਂ ਉਦੋਂ ਬਾਅਦ ਜਗਮੇਲ ਸਿੰਘ ਖਾਲਸਾ ਜੀ ਨੇ ਵੀ ਬਹੁਤ ਕੁਛ ਕਹਿਤਾ
ਕਹਿਣ ਨੂੰ ਤਾਂ ਅੱਜ ਅੰਤਰਰਾਸ਼ਟਰੀ ਵਿਮਨ ਡੇ ਹੈ, ਮਨਾਉਣਾ ਵੀ ਹੈ, ਸਾਰੇ ਡਰਾਮੇਬਾਜ਼ੀ ਹੋਣੀ ਹੈ। ਜਿਹੜਾ ਮੈਂ ਆਪਦੀ ਪ੍ਰੈਕਟੀਕਲ ਲਾਈਫ ਵਿੱਚ, ਸਟੂਡੈਂਟ ਲਾਈਫ ਵਿੱਚ ਵੇਖਿਆ ਗਾ, ਪੜਾਉਂਦਿਆਂ ਵੇਖਿਆ, ਇਹਨਾਂ ਦੇ ਔਰਤ ਦੀ ਆਜ਼ਾਦੀ ਦੇ ਨਾਂ ਤੇ ਹਮੇਸ਼ਾ ਔਰਤ ਦਾ ਇਹਨਾਂ ਲੋਕਾਂ ਨੇ ਸ਼ੋਸ਼ਣ ਕੀਤਾ, ਖਾਸ ਕਰਕੇ ਆ ਜਿਹੜਾ ਖੱਬੇ ਪੱਖੀ ਲਾਣੇ ਨੇ। ਸਿੱਖ ਧਰਮ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਉਸ ਗੁਰੂ ਕਾਲ ਵਿੱਚ ਜਿਹੜਾ ਰੁਤਬਾ ਔਰਤ ਨੂੰ ਮਿਲਿਆ, ਸਾਡੇ ਕਵੀਸ਼ਰਾਂ ਨੇ ਵੀ ਕਹਿਤਾ ਸਦਾ ਸੂਰਮੇ ਸਮਝਣ ਧੀ ਤੇ ਭੈਣ ਬਗਾਨੀ ਨੂੰ, ਪਰ ਅੱਜ ਸਾਡਾ ਸਿੱਖ ਸਮਾਜ ਵੀ ਕਿੱਥੇ ਆ, ਅਸੀਂ ਵੀ ਉਦੋਂ ਗਰਕ ਗਏ ਆ। ਹੁਣ ਜਿਹੜੀਆਂ ਇਹ ਸਾਰੀਆਂ ਗੱਲਾਂ ਹੋ ਰਹੀਆਂ, ਇਹ ਸਾਰੇ ਦੇ ਸਾਰੇ ਪੱਠੇ ਪਾ ਰਹੇ ਆਪਣੀ ਹਉਮੈ ਨੂੰ, ਇਹਨਾਂ ਦੇ ਪਿੱਛੇ ਕੋਈ ਸਵਾਰਥ ਹੈ। ਪਿੰਡਾਂ ਦੇ ਵਿੱਚ ਮੈਂ ਖੇਤੀ ਕਰਦਿਆਂ ਪੜ੍ਹਦਿਆਂ ਸਾਰਾ ਨੇੜੇ ਤੋਂ ਨੇੜੇ ਕੰਮ ਵਾਲੇ ਪਰਿਵਾਰਾਂ ਨਾਲ ਬਾਕੀਆਂ ਨਾਲ ਨੇੜਤਾ ਰਹੀ ਹੈ, ਬਹੁਤ ਨੇੜਿਓਂ ਹੋ ਕੇ ਵੇਖਿਆ, ਕੁਝ ਵੱਡਿਆਂ ਦੀ ਸਿੱਖਿਆ ਸੀ, ਪਰ ਮੈਨੂੰ ਕਿਤੇ ਵੀ ਔਰਤ ਆਜ਼ਾਦ ਨਹੀਂ ਮਿਲੀ, ਕਿਤੇ ਵੀ, ਤੇ ਨਾ ਅੱਜ ਮਿਲ ਰਹੀ ਹੈ। ਹੁਣ ਤੁਸੀਂ ਐਂ ਦੱਸੋ ਵੀ ਜਿਹੜੇ ਇਹ ਕਹਿ ਰਹੇ ਆ ਵੀ ਅਸੀਂ ਔਰਤ ਨੂੰ ਆਜ਼ਾਦੀ ਦਿੰਨੇ ਆ, ਔਰਤ ਮਿਨਿਸਟਰ ਬਣ ਜੂ, ਆਹ ਬਣ ਜੂ, ਆਹ ਬਣ ਜੂ, ਸਾਡੇ ਸਾਹਮਣੇ ਆ ਸਾਰਾ ਕੁਝ। 98% ਤੋਂ ਉੱਪਰ ਔਰਤਾਂ ਜਿਹੜੀਆਂ ਉਹ ਅੱਜ ਵੀ ਸ਼ੋਸ਼ਣ ਦਾ ਸ਼ਿਕਾਰ ਹੈ। ਮੈਂ ਆਪਦੀ ਸਟੂਡੈਂਟ ਲਾਈਫ ਵਿੱਚ ਵੇਖਿਆ, ਪੜਾਉਂਦਿਆਂ ਵੇਖਿਆ, ਜਿਹੜੇ ਅਧਿਆਪਕ ਹੈ ਜਿਹਦੇ ਵਾਸਤੇ ਸਾਰੇ ਪੁੱਤ ਧੀਆਂ ਬਰਾਬਰ ਹੈ, ਉਹ ਆਪਦੇ ਸਟੂਡੈਂਟ ਦਾ ਸ਼ੋਸ਼ਣ ਕਰਦੇ ਆ। ਮੈਂ ਉਹ ਯਾਦ ਕਰਕੇ ਨਾ ਤੇ ਸ਼ਰਮ ਆਉਂਦੀ ਹੈ ਵੀ ਅਸੀਂ ਉਹੋ ਜਿਹੇ ਸਮਾਜ ਵਿੱਚੋਂ ਦੀ ਲੰਘੇ। ਜਿਹੜੇ ਬੰਦੇ ਕਹਿੰਦੇ ਇਕਨੋਮਿਕ ਆਰਥਿਕ ਬਰਾਬਰ ਦੀ ਗੱਲ, ਆਰਥਿਕ ਬਰਾਬਰੀ ਸਿਰਫ ਤੁਹਾਡੀ ਬਾਰ-ਬਾਰ ਰਹਿ ਜਾਂਦੀ ਹੈ, ਘਰ ਦੇ ਅੰਦਰ ਆ ਕੇ ਜਿਹੜੀ ਉਹ ਹਾਲਤ, ਅਸੀਂ ਮਾਨਸਿਕਤਾ ਬਦਲ ਹੀ ਨਹੀਂ ਸਕੇ। ਉਹ ਮਾਨਸਿਕਤਾ ਬਦਲਣ ਵਾਸਤੇ ਤਾਂ ਸਾਨੂੰ ਗੁਰੂ ਹੀ ਮਿਹਰ ਕਰੇ, ਉਹ ਗੁਰੂ ਦੀ ਕਿਰਪਾ ਫੇਰ ਹੋ ਜੇ ਤੇ ਸ਼ਾਇਦ ਇਹ ਠੀਕ ਹੋ ਜੇ। ਤੁਸੀਂ ਬਹੁਤ ਵਧੀਆ ਢੰਗ ਨਾਲ ਮਤਲਬ ਚੇਤਾਵਨੀ ਦਿੱਤੀ ਹੈ। ਜੇ ਤੁਹਾਡੀਆਂ ਗੱਲਾਂ ਰਿਕਾਰਡ ਕਰਕੇ ਕਿਸੇ ਨੂੰ ਨਿੱਤ ਕੋਈ ਸੁਣਨ ਲੱਗ ਜੇ ਨਾ, ਤੇ ਹੋ ਸਕਦਾ ਸ਼ਾਇਦ ਮਾੜੀ ਮੋਟੀ ਸ਼ਰਮ ਆ ਜੇ ਤੇ ਕੋਈ ਔਰਤ ਦਾ ਸਤਿਕਾਰ ਹੋਣ ਲੱਗ ਜੇ। ਨਹੀਂ, ਮੈਨੂੰ ਦਿਸਦਾ ਨਹੀਂ। ਧੰਨਵਾਦ ਤੁਹਾਡਾ, ਤੁਸੀਂ ਬਹੁਤ ਵਧੀਆ ਢੰਗ ਨਾਲ ਐਕਸਪਲੇਨ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਫਤਿਹ। ਧੰਨਵਾਦ ਜੀ, ਵੱਡੇ ਧੰਨਵਾਦ। ਮੇਰੇ ਇੱਕ ਲਿਸਨਰ ਨੇ, ਹੈਰੀ ਹੋਣੀ, ਇੰਗਲਿਸ਼ ਐਕਸੈਂਟ ਆਉਂਦਾ, ਇੰਗਲੈਂਡ ਬੌਰਨ ਬ੍ਰੌਟ ਅਪ ਨੇ, ਉਹ ਕਹਿੰਦੇ ਇਹ ਤਾਂ ਟਰਸਟ ਹੈ, ਕੁਛ ਨਹੀਂ, ਮੈਂ ਇੰਸ਼ੋਰੈਂਸ ਬ੍ਰੋਕਰ ਆ, ਮੇਰੀ ਵਾਈਫ, ਦਿਨ ਦੇ ਵਿੱਚ 10-12 ਬੰਦੇ ਕਲਾਇੰਟ ਹੋਣਗੇ, ਮੈਂ ਕੁਰੀਅਰ ਤੇ ਆ, 10-12 ਬੰਦੇ ਲੇਡੀਜ਼ ਨੂੰ ਮੈਂ ਸਮਾਨ ਡਿਲੀਵਰ ਕਰਦਾ, ਐਂਡ ਆਫ ਦਾ ਡੇ ਇਟ ਇਜ਼ ਟਰਸਟ, ਕੁਛ ਨਹੀਂ ਹੈ। ਬਿਲਕੁਲ ਸਹੀ ਹੈ ਗੱਲ। ਇਹ ਕਹਾਣੀ ਹੋਈ ਇੱਥੇ ਖੜੀ ਆ, ਪਰ ਬਹੁਤ ਕੁਝ ਕਰਨ ਵਾਲਾ ਜੀ। ਇਹ ਕਾਰਨ ਇਹ ਆ ਵੀ ਅਸੀਂ ਆਪਣੀਆਂ ਕੁੰਡੀਆਂ ਲਾਈ ਫਿਰਦੇ ਆ। ਸਾਨੂੰ ਇਹ ਹੈ ਵੀ ਇਸਤਰੀਆਂ ਦੇ ਵਿੱਚੋਂ ਵੀ ਜਦ ਅਸੀਂ ਰੀਪ੍ਰੈਜ਼ੈਂਟੇਸ਼ਨ ਦੀ ਗੱਲ ਕਰਦੇ ਆ, ਮੁੜ ਕੇ ਜਿੱਦਾਂ ਰੀਪ੍ਰੈਜ਼ੈਂਟੇਸ਼ਨ ਹੋ ਗਈ ਉਹਦੇ ਬਾਅਦ ਖਤਮ ਹੈ ਕਹਾਣੀ। ਫਿਰ ਕਿਹੜਾ ਪੁੱਛਦਾ ਕਿਤੇ ਹੁਣ ਸਮਾਜ ਦੇ ਵਿੱਚ ਇਸਤਰੀਆਂ ਰੀਪ੍ਰੈਜ਼ੈਂਟੇਸ਼ਨ ਕਰਦੀਆਂ ਨੇ, ਉਹ ਇੱਕ ਸਿਸਟਮ ਦੇ ਵਿੱਚ ਐਨਰੋਲ ਹੋ ਕੇ ਸਿਸਟਮ ਲਈ ਕੰਮ ਕਰਨ ਲੱਗਦੀਆਂ ਨੇ, ਪਰ ਉਹ ਨਹੀਂ ਕਹਿੰਦੀਆਂ ਇਸਤਰੀਆਂ ਲਈ ਆਹ ਕਰਨਾ। ਇਹ ਬਹੁਤ ਵੱਡਾ ਇੱਕ ਸਬਜੈਕਟ ਆ, ਪਰ ਇਹਨੂੰ ਹੌਲੀ ਹੌਲੀ ਘਰਾਂ ਤੋਂ ਸਟਾਰਟ ਕਰ ਲਈਏ। ਮੇਰੇ ਖਿਆਲ ਇੱਥੇ ਜਿਹੜੇ ਜੰਮੇ ਪਲੇ ਨੇ ਧੀਆਂ ਪੁੱਤ, ਉਹਨਾਂ ਨੂੰ ਬਰਾਬਰਤਾ 'ਚ ਆਪਾਂ ਲੈਣਾ ਸ਼ੁਰੂ ਕਰ ਦਈਏ। ਬਾਕੀ ਜਿਹੜੇ ਅਸੀਂ ਉੱਥੋਂ ਆਇਆ ਸਾਤੋਂ ਨਹੀਂ ਇਹ ਹੋਣੀ, ਇੱਥੇ ਵਾਲਿਆਂ ਨੂੰ ਦੇਣ ਲੱਗ ਜਾਈਏ ਐਟਲੀਸਟ। ਐਂਡ ਆਫ ਦਾ ਡੇ ਚੈਰਿਟੀ ਘਰੋਂ ਸਟਾਰਟ ਹੋਣੀ ਹੈ। ਬਰਾਬਰਤਾ ਜਦ ਤੁਸੀਂ ਦੇਣ ਲੱਗੋਗੇ, ਬਰਾਬਰਤਾ ਜਦੇ ਹੋਣੀ ਆ। ਕੋਈ ਬਟਨ ਨਹੀਂ ਹੈ ਕਿ ਹੁਣ ਬਰਾਬਰਤਾ ਹੋ ਗਈ, ਰੈੱਡ ਤੇ ਗ੍ਰੀਨ ਬਟਨ ਨਹੀਂ ਹੈ। ਬਹੁਤ ਕੁਝ ਸੱਭਿਆਚਾਰ ਚੋਂ, ਬਹੁਤ ਧਰਮ ਚੋਂ ਮਿਲਦਾ ਹੈ, ਉਹਨੂੰ ਵੀ ਗ੍ਰਹਿਣ ਕਰਕੇ ਅਸੀਂ ਸੋਚ ਸਕਦੇ ਹਾਂ। ਤੇ ਇਹੀ ਹੈ। ਰੱਬ ਰਾਖਾ ਕੱਲ ਨੂੰ ਮੁੜਦੇ।